ਨਮਸਕਾਰ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਵਿਨੇ ਰਾਣਾ। ਅੱਜ ਕੇਂਦਰੀ ਬਜਟ ਪੇਸ਼ ਹੋਇਆ ਔਰ ਦੇਸ਼ ਵਾਸੀਆਂ ਵਾਸਤੇ ਅੱਜ ਬਹੁਤ ਵੱਡਾ ਦਿਨ ਸੀ, ਕਿਉਂਕਿ ਉਹਨਾਂ ਵਾਸਤੇ ਬਹੁਤ ਕੁਝ ਸਰਕਾਰ ਜਿਹੜੀ ਹੈ ਉਹ ਲੈ ਕੇ ਆਈ ਹੈ ਔਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪਿਛਲੇ ਸਾਲ ਨਾਲੋਂ ਜਾਂ ਪਿਛਲੇ ਬਜਟ ਨਾਲੋਂ ਆਪਾਂ ਕਹਿ ਸਕਦੇ ਹਾਂ ਉਹ ਵੱਖਰੀਆਂ ਹੋਈਆਂ ਨੇ। ਇਹਨਾਂ ਤੇ ਹੀ ਚਰਚਾ ਕਰਨ ਵਾਸਤੇ ਅੱਜ ਇਨਕਮ ਟੈਕਸ ਬਾਰ ਐਸੋਸੀਏਸ਼ਨ ਦੇ ਕੁਝ ਅਹੁਦੇਦਾਰ ਤੇ ਕੁਝ ਮੈਂਬਰਸ ਮੇਰੇ ਨਾਲ ਇੱਥੇ ਜੁੜੇ ਹੋਏ ਨੇ। ਇਹਨਾਂ ਦੇ ਵਿੱਚ ਨੇ ਪ੍ਰੈਜ਼ੀਡੈਂਟ ਰਾਜੇਸ਼ ਕੱਕੜ, ਉਸ ਤੋਂ ਬਾਅਦ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈਗੇ ਆ ਸਰਵੇਸ਼ ਸ਼ਰਮਾ ਜੀ, ਸੈਕਟਰੀ ਹੈਗੇ ਨੇ GS ਕਾਲੜਾ ਔਰ ਪੈਟਰਨ ਅਤੇ ਐਕਸ ਪ੍ਰੈਜ਼ੀਡੈਂਟ ਹੈਗੇ ਨੇ ਅਨਿਲ ਵਰਮਾ। ਇਸ ਤੋਂ ਇਲਾਵਾ ਅਸਿਸਟੈਂਟ ਸੈਕਟਰੀ ਨੇ ਭੰਵਰਜੀਤ ਸਿੰਘ ਖੁਰਾਨਾ। ਇਹਨਾਂ ਨਾਲ ਅੱਜ ਅਸੀਂ ਇਸ ਗੱਲ ਤੇ ਚਰਚਾ ਕਰਾਂਗੇ ਕਿ ਜਿਹੜਾ ਬਜਟ ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੇਸ਼ ਕੀਤਾ ਹੈ ਉਹਦੇ ਵਿੱਚ ਆਮ ਲੋਕਾਂ ਵਾਸਤੇ ਕੀ ਹੈ, ਇੰਡਸਟਰੀ ਵਾਸਤੇ ਕੀ ਹੈ, ਐਜੂਕੇਸ਼ਨ ਵਾਸਤੇ ਕੀ ਹੈ, ਬਜ਼ੁਰਗਾਂ ਵਾਸਤੇ ਕੀ ਹੈ, ਇਹ ਸਭ ਕੁਝ ਇਹ ਸਾਨੂੰ ਦੱਸਣਗੇ ਔਰ ਬਹੁਤ ਹੀ ਬਰੀਕੀ ਨਾਲ ਦੱਸਣਗੇ ਜਿਹੜੇ ਆਮ ਲੋਕਾਂ ਦੇ ਸਮਝ 'ਚ ਆਵੇ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜੀ ਦੈਨਿਕ ਸਵੇਰਾ ਦੇ ਵਿੱਚ। ਤੇ ਅਸੀਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕਿ ਤੁਸੀਂ ਇੱਕ ਛੋਟਾ ਜਿਹਾ ਸਾਨੂੰ ਇਹ ਦੱਸੋ ਕਿ ਓਵਰਆਲ ਇਸ ਬਜਟ ਨੂੰ ਤੁਸੀਂ ਕਿਵੇਂ ਦੇਖਦੇ ਹੋ। ਬਹੁਤ ਬਹੁਤ ਧੰਨਵਾਦ ਰਾਣਾ ਜੀ, ਤੁਸੀਂ ਬਿਲਕੁਲ ਠੀਕ ਕਿਹਾ। ਅੱਜ ਹਰ ਦੇਸ਼ ਵਾਸੀ ਨੂੰ ਇਸ ਬਜਟ ਤੋਂ ਬਹੁਤ ਉਮੀਦਾਂ ਸੀ, ਕਿਉਂਕਿ ਇਹ ਅੰਮ੍ਰਿਤ ਕਾਲ ਦਾ ਬਜਟ ਹੈ। ਅੰਮ੍ਰਿਤ ਕਾਲ ਮਤਲਬ ਅੱਜ 75 ਸਾਲ ਹੋ ਗਏ ਇਸ ਆਜ਼ਾਦੀ ਨੂੰ, ਔਰ 75 ਸਾਲ ਹੋਣ ਤੋਂ ਬਾਅਦ ਅਸੀਂ ਇਹ ਦੇਖ ਰਹੇ ਹਾਂ ਕਿ ਫਿਊਚਰ ਦੀ ਰਾਜਨੀਤੀ ਕੀ ਹੈ, ਸਾਡੇ ਦੇਸ਼ ਦਾ ਫਿਊਚਰ ਕੀ ਹੈ, ਭਵਿੱਖ ਕੀ ਹੈ। ਅੱਜ ਇਹ ਬਜਟ ਜਿਹੜਾ ਹੈ ਸਾਡੇ ਆਉਣ ਵਾਲੇ 25 ਸਾਲ ਦੇ ਵਾਸਤੇ ਇਹ ਨੀਂਹ ਪੱਥਰ ਸਾਬਤ ਹੋਏਗਾ, ਉਹਨਾਂ ਲੀਹਾਂ ਵੱਲ ਲਿਜਾਣ ਵਾਸਤੇ। ਇਹ ਬਜਟ ਇਸ ਤਰ੍ਹਾਂ ਲੱਗਦਾ ਹੈ ਜਿੰਨਾ ਕਿ ਅਸੀਂ ਅੱਜ ਸੁਣਿਆ ਹੈ, ਦੇਖਿਆ ਹੈ, ਪੜ੍ਹਿਆ ਹੈ ਕਿ ਇਸ ਦੀ ਦਿਸ਼ਾ ਤੇ ਦਸ਼ਾ ਦੋਨੋਂ ਸਾਨੂੰ ਸਹੀ ਲੱਗ ਰਹੀ। ਇਹਦੇ ਸਭ ਤੋਂ ਵੱਡਾ ਉਪਰਾਲਾ ਗਵਰਨਮੈਂਟ ਨੇ ਇਹ ਕੀਤਾ ਹੈ, ਅੱਜ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜਾ ਬਜਟ ਦਿੱਤਾ ਹੈ, ਉਹਦੇ ਵਿੱਚ ਸੀਗਾ ਜਿਹੜਾ ਫਿਸਕਲ ਡੈਫਿਸਿਟ ਪਿੱਛੇ 6.4 ਸੀ, ਉਹਦਾ ਟਾਰਗੇਟ ਫਿਕਸ ਹੋਇਆ ਹੈ 5.9। ਜਦੋਂ ਅਸੀਂ ਪੁਰਾਣੇ ਬਜਟਾਂ 'ਤੇ ਨਿਗਾਹ ਮਾਰਦੇ ਹਾਂ, ਅੱਜ ਤੱਕ ਇਹੀ ਟ੍ਰੈਂਡ ਚੱਲੇ ਆ ਰਿਹਾ ਸੀਗਾ। ਹਰ ਸਾਲ ਫਿਸਕਲ ਡੈਫਿਸਿਟ ਵੱਧਦਾ ਸੀ, ਬਜਟ ਘਾਟਾ ਵੱਧਦਾ ਸੀ, ਔਰ ਹਰ ਇਕੋਨੋਮਿਸਟ, ਹਰ ਨਾਗਰਿਕ ਉਸ ਗੱਲ ਦੇ ਪ੍ਰਤੀ ਚਿੰਤਿਤ ਹੁੰਦਾ ਸੀਗਾ। ਇਹ ਬੜੀ ਦੇਰ ਬਾਅਦ ਇਹ ਟ੍ਰੈਂਡ ਸੈੱਟ ਹੋਇਆ ਹੈ ਕਿ ਗਵਰਨਮੈਂਟ ਨੇ ਫਿਸਕਲ ਡੈਫਿਸਿਟ 5.9 ਦੇ ਉੱਪਰ ਆ ਕੇ ਸੈਟਲ ਕੀਤਾ ਹੈ। ਦੂਸਰਾ ਇੱਥੇ ਮੇਨ ਫੋਕਸ ਇਸ ਬਜਟ 'ਤੇ ਇਹ ਰਿਹਾ ਕਿ ਜੋਬ ਓਰੀਐਂਟੇਸ਼ਨ, ਜੋਬਸ ਕਿੱਦਾਂ ਕ੍ਰੀਏਟ ਹੋਣੀਆਂ ਨਵੀਆਂ। ਇਹ 'ਚ ਅਲੱਗ-ਅਲੱਗ ਸੈਕਟਰਾਂ ਨੂੰ ਫੰਡਸ ਦੇ ਕੇ ਉਹਨਾਂ ਨੇ ਜੋਬ ਨਵੀਆਂ ਕ੍ਰੀਏਟ ਕਰਨ ਵਾਲੇ ਪਾਸੇ ਧਿਆਨ ਦਿੱਤਾ ਹੈ। ਤੀਸਰਾ ਸਭ ਤੋਂ ਜਿਹੜਾ ਇਫੈਕਟਿਵ ਕੰਮ ਹੋਇਆ ਹੈ ਪਬਲਿਕ ਫਾਈਨਾਂਸ ਜਿਹੜਾ ਲੋਕਾਂ ਦਾ ਪੈਸਾ ਹੈ ਉਹਨੂੰ ਸਟਰੋਂਗ ਕਰਨਾ ਹੈ, ਉਹਨੂੰ ਕਿੱਦਾਂ ਸੰਭਾਲਣਾ ਹੈ, ਅਤੇ ਉਸ ਪੈਸੇ ਦਾ ਅਲੱਗ-ਅਲੱਗ ਵਰਗਾਂ ਨੂੰ ਕਿਸ ਤਰ੍ਹਾਂ ਫਾਇਦਾ ਹੋਣਾ ਹੈ। ਜਿੰਨੇ ਵੀ ਅੱਜ ਗਵਰਨਮੈਂਟ ਨੇ ਸਟੈਪਸ ਚੁੱਕੇ ਹੈਗੇ ਆ, ਇਹਦੇ ਬਜਟ ਬਹੁਤ ਲੰਬਾ ਬਜਟ ਹੈ, ਲੇਕਿਨ ਉਹ ਸਾਰਿਆਂ ਦਾ ਇੱਕੋ ਹੀ ਫੋਕਸ ਹੈ ਕਿ ਪਬਲਿਕ ਫਾਈਨਾਂਸ, ਲੋਕਾਂ ਦਾ ਪੈਸਾ, ਉਹਦੀ ਸਹੀ ਯੂਟੀਲਾਈਜੇਸ਼ਨ ਹੋਵੇ ਔਰ ਇਨਫਰਾਸਟਰਕਚਰ ਇਸ ਮੁਲਕ ਦਾ ਡਿਵੈਲਪ ਹੋਵੇ। ਸੋ ਮੈਂ ਅੱਜ ਇਹ ਸਮਝਦਾ ਹਾਂ ਇਹ ਬਜਟ ਸਹੀ ਮਾਇਨੇ ਦੇ ਵਿੱਚ ਇੱਕ ਵਧੀਆ ਇਮਾਰਤ ਖੜੀ ਕਰਨ ਵਾਸਤੇ ਜਿਹੜੀ ਸਟਰੋਂਗ ਨੀਹਾਂ ਦੀ ਜ਼ਰੂਰਤ ਹੁੰਦੀ ਆ, ਅੱਜ ਇਹ ਉਹ ਨੀਂਹ ਰੱਖਣ ਵਾਲਾ ਕੰਮ ਹੋਇਆ ਇਸ ਬਜਟ ਦੀਆਂ ਜੋ ਨੀਤੀਆਂ ਹਨ। ਇਹਨਾਂ ਨੇ ਦੱਸਿਆ ਕਿ ਬਜਟ ਓਵਰਆਲ ਕਿਹੋ ਜਿਹਾ ਸੀਗਾ, ਲੇਕਿਨ ਆਪਾਂ ਇਸ ਨੂੰ ਥੋੜ੍ਹਾ ਜਿਹਾ ਅਲੱਗ-ਅਲੱਗ ਪੁਆਇੰਟ ਵਾਈਜ਼ ਕਰਕੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਐਜੂਕੇਸ਼ਨ ਵਾਸਤੇ। ਸਰਵੇਸ਼ ਸ਼ਰਮਾ ਜੀ ਸਾਨੂੰ ਦੱਸਣਗੇ ਕਿ ਐਜੂਕੇਸ਼ਨ ਵਾਸਤੇ ਇਸ ਬਜਟ ਦੇ ਵਿੱਚ ਕੀ ਸਾਹਮਣੇ ਆਇਆ। ਜਿਸ ਤਰ੍ਹਾਂ ਕਿ ਹੁਣੇ ਇਹਨਾਂ ਨੇ ਦੱਸਿਆ ਕਿ ਬਜਟ ਦੇ ਵਿੱਚ ਅੱਜ ਬੜੀ ਇੰਪੋਰਟੈਂਟ ਅਨਾਊਂਸਮੈਂਟਸ ਹੋਈਆਂ, ਇੰਪੋਰਟੈਂਟ ਡਿਸਕਸ਼ਨਸ ਹੋਈਆਂ, ਔਰ ਆਉਣ ਵਾਲੇ ਟਾਈਮ 'ਚ ਐਜੂਕੇਸ਼ਨ ਦੇ ਉੱਪਰ ਜਿਹੜਾ ਬਹੁਤ ਇੰਪੋਰਟੈਂਟ ਪੁਆਇੰਟ ਹੈ ਕਿ ਆਪਾਂ ਦੇਖਦੇ ਹਾਂ ਅਰਬਨ ਲੈਵਲ 'ਤੇ ਤਾਂ ਸਾਰੀ ਜਗ੍ਹਾ ਸਕੂਲਸ ਔਰ ਇੰਸਟੀਟਿਊਸ਼ਨਸ ਅਵੇਲੇਬਲ ਨੇ, ਲੇਕਿਨ ਇੱਕ ਬੜਾ ਵੱਡਾ ਸਟੈਪ ਅੱਜ ਸਰਕਾਰ ਨੇ ਇਸ ਬਜਟ ਦੇ ਵਿੱਚ ਲਿਆ ਹੈ। ਉਹਦੇ 'ਚ ਉਹਨਾਂ ਨੇ ਏਕਲਵਯ ਯੋਜਨਾ ਦੇ ਅੰਡਰ
ਉਹਦੇ 'ਚ 740 ਸਕੂਲ ਬਣਾਏ ਜਾਣਗੇ ਔਰ ਜਿਹਦੇ ਅੰਦਰ ਘੱਟੋ ਘੱਟ 2.5 ਲੱਖ ਬੱਚਾ ਉਹ ਪੜ੍ਹੇਗਾ ਜਿਹੜਾ ਆਦੀਵਾਸੀ ਲੋਕ ਸਾਡੇ ਮੁੱਖ ਧਾਰਾ 'ਚ ਸ਼ਾਮਿਲ ਨਹੀਂ ਹੋ ਪਾ ਰਹੇ, ਜਿੱਥੇ ਐਜੂਕੇਸ਼ਨ ਪਹੁੰਚ ਨਹੀਂ ਪਾ ਰਹੀ, ਉੱਥੇ ਰਿਮੋਟ ਏਰੀਆਜ਼ ਦੇ ਵਿੱਚ ਇਹ ਏਕਲਵਯ ਸਕੂਲ ਖੋਲ੍ਹੇ ਜਾਣਗੇ ਔਰ ਉਹਦੇ ਵਿੱਚ 40,000 ਟੀਚਰ ਔਰ ਉਹਨਾਂ ਦੇ ਨਾਲ ਜਿਹੜੇ ਸਪੋਰਟ ਸਟਾਫ ਹੈ ਉਹਦੀ ਵੀ ਭਰਤੀ ਹੋਏਗੀ, ਤਾਂ ਕਿ ਬੱਚਿਆਂ ਨੂੰ ਉਸ ਲੈਵਲ 'ਤੇ ਜਿਹੜਾ ਟੈਲੈਂਟ ਅਜੇ ਤੱਕ ਅਣਪਛਾਤਾ ਹੈ, ਜਿਨ੍ਹਾਂ ਨੂੰ ਮੌਕਾ ਹੀ ਨਹੀਂ ਮਿਲ ਰਿਹਾ, ਉਹਨਾਂ ਨੂੰ ਮੌਕਾ ਮਿਲੇ ਤੇ ਉਹ ਆਪਣਾ ਉਸ ਧਾਰਾ ਦੇ ਨਾਲ ਐਜੂਕੇਸ਼ਨ ਲੈ ਕੇ ਅੱਗੇ ਵਧਣ। ਔਰ ਇਸ ਤੋਂ ਇਲਾਵਾ ਮੈਡੀਕਲ ਦੇ ਵਿੱਚ ਬੜੀ ਲੋੜ ਹੈ ਅੱਜ ਦੇ ਜ਼ਮਾਨੇ 'ਚ। ਹੁਣ ਮੈਡੀਕਲ ਦਾ ਲੈਵਲ ਵੱਧਦਾ ਪਿਆ, ਉਹਦੇ 'ਚ ਨਰਸਿੰਗ ਵਾਸਤੇ ਜਿਹੜੀ ਟੀਚਿੰਗ ਵਾਸਤੇ 170 ਕਾਲਜ ਇਸ ਬਜਟ ਦੇ ਵਿੱਚ ਪ੍ਰਾਵਧਾਨ ਕੀਤਾ ਗਿਆ ਕਿ ਉਹ ਵੀ ਆਲ ਓਵਰ ਇੰਡੀਆ ਉਹ ਕਾਲਜ ਖੋਲ੍ਹੇ ਜਾਣਗੇ ਔਰ ਜਿਹਦੇ ਨਾਲ ਕਿ ਆਪਾਂ ਇਸ ਇਨਫਰਾਸਟ੍ਰਕਚਰ ਜਿਹੜਾ ਮੈਡੀਕਲ ਵਾਸਤੇ ਚਾਹੀਦਾ ਹੈ ਉਹਦੇ 'ਚ ਵੀ ਬੜਾ ਵੱਡਾ ਯੋਗਦਾਨ ਹੋਏਗਾ। ਇਹ ਪ੍ਰਾਵਧਾਨ ਇਸ ਬਜਟ 'ਚ ਐਜੂਕੇਸ਼ਨ ਦੇ ਰਿਗਾਰਡਿੰਗ ਸ਼ਰਮਾ ਜੀ ਤੁਸੀਂ ਮਾਈਕ ਨਾ ਕੱਕੜ ਸਾਹਿਬ ਨੂੰ ਦਿਓ ਜਰਾ। ਤੇ ਕੱਕੜ ਸਾਹਿਬ ਤੁਸੀਂ ਇਹ ਦੱਸੋ ਕਿ ਇਹ ਤਾਂ ਹੋਈ ਐਜੂਕੇਸ਼ਨ ਦੀ ਜਿਹੜੀ ਬੱਚਿਆਂ ਨਾਲ ਜੁੜੀਆਂ ਗੱਲਾਂ ਨੇ, ਜਵਾਨਾਂ ਨਾਲ ਜੁੜੀਆਂ ਗੱਲਾਂ ਨੇ, ਤੁਸੀਂ ਇਹ ਮੈਨੂੰ ਦੱਸੋ ਕਿ ਜਿਹੜੇ ਬਜ਼ੁਰਗ ਨੇ ਉਹਨਾਂ ਵਾਸਤੇ ਇਸ ਬਜਟ ਦੇ ਵਿੱਚ ਕੀ ਹੈ? ਤੁਸੀਂ ਬਹੁਤ ਅੱਛਾ ਸਵਾਲ ਕੀਤਾ ਰਾਣਾ ਜੀ। ਬਜ਼ੁਰਗ ਜਿਹੜੇ ਹੈ ਜੀ ਉਹ ਸਾਡੇ ਦੇਸ਼ ਦੇ ਵਿੱਚ ਸਾਡੇ ਉਹ ਸੈਕਟਰ ਹੈ ਜਿਹਦਾ ਅਸੀਂ ਸੰਭਾਲ ਵੀ ਕਰਨੀ ਹੈ, ਦੇਖਭਾਲ ਵੀ ਕਰਨੀ ਹੈ। ਮੈਂ ਦੱਸਣਾ ਚਾਹਾਂਗਾ ਕਿ ਸਾਡੇ ਬਜ਼ੁਰਗ ਜਿਹੜੇ ਕਿ ਸੈਲਰੀਡ ਕਲਾਸ ਹੈ, ਜਿਹੜੇ ਕਿ ਰਿਟਾਇਰ ਹੁੰਦੇ ਆ 60 ਦੀ ਏਜ ਦੇ ਵਿੱਚ, ਤੁਸੀਂ ਸਰਪ੍ਰਾਈਜ਼ ਹੋਵੋਗੇ ਕਿ ਆਲਮੋਸਟ 50 ਕਰੋੜ ਸਾਡੇ ਸੈਲਰੀਡ ਪਰਸਨਸ ਨੇ ਆਲ ਓਵਰ ਇੰਡੀਆ ਦੇ ਵਿੱਚ। ਹਰੇਕ ਨੇ ਜਾ ਕੇ 60 ਦੀ ਏਜ ਦੇ ਵਿੱਚ ਰਿਟਾਇਰ ਹੋਣਾ ਹੈ। ਰਿਟਾਇਰਮੈਂਟ ਤੋਂ ਬਾਅਦ ਕਿਸੇ ਤਰ੍ਹਾਂ ਦੀ ਇਨਕਮ ਦੇ ਸੋਰਸ ਨਹੀਂ ਹੁੰਦੇ ਐਕਸੈਪਟ ਪੈਨਸ਼ਨ, ਬਟ ਰਿਟਾਇਰਮੈਂਟ 'ਤੇ ਉਹਨਾਂ ਨੂੰ ਇੱਕ ਮੁਸ਼ਤ ਫੰਡ ਮਿਲ ਜਾਂਦਾ ਹੈ ਜਿਹੜਾ ਕਿ ਬਜ਼ੁਰਗ ਇਨਵੈਸਟ ਕਰਦੇ ਹੈ, ਉੱਥੋਂ ਇੰਟਰਸਟ ਇਨਕਮ ਨਾਲ ਹੀ ਉਹਨਾਂ ਦੀ ਗੱਡੀ ਚੱਲਦੀ ਹੈ। ਐਂਡ ਮੈਂ ਤੁਹਾਨੂੰ ਬੜੀ ਖੁਸ਼ੀ ਨਾਲ ਦੱਸਣਾ ਚਾਹਾਂਗਾ ਕਿ ਬਜ਼ੁਰਗਾਂ ਵਾਸਤੇ ਹਾਇਰ ਇੰਟਰਸਟ ਵਾਲੀ ਸਕੀਮਾਂ ਪੋਸਟ ਆਫਿਸ ਸੀਗੀਆਂ, ਬਟ ਇਹਨਾਂ ਸਕੀਮਾਂ ਦੀ ਜਿਹੜੀ ਲਿਮਿਟ ਸੀ ਉਹ ਕਾਫੀ ਘੱਟ ਸੀ। 15 ਲੱਖ ਤੋਂ ਤੱਕ ਹੀ ਬਜ਼ੁਰਗ ਜਿਹੜੇ ਹੈ ਇਹਨਾਂ ਸਕੀਮਾਂ ਦੇ ਵਿੱਚ ਪੈਸੇ ਜਮ੍ਹਾਂ ਕਰਾ ਸਕਦੇ ਸੀ, ਜਿਹਦਾ ਨਾਮ ਸੀ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ। ਹੁਣ ਇਸ ਬਜਟ ਦੇ ਵਿੱਚ ਮੈਡਮ ਸੀਤਾਰਮਨ ਨੇ ਇਸ ਲਿਮਿਟ ਨੂੰ ਵਧਾ ਕੇ 30 ਲੱਖ ਯਾਨੀ ਕਿ 30 ਲੱਖ ਰੁਪਏ ਕਰ ਦਿੱਤਾ ਹੈ। ਇੱਕਦਮ ਡਬਲ ਫਿਗਰ ਹੋਣ ਨਾਲ ਕੀ ਹੈ ਕਿ ਜਿਹੜਾ ਅਮਾਊਂਟ ਅੱਗੇ 15 ਲੱਖ ਦੇ ਉੱਤੇ ਸਪੋਜ਼ 8% ਦੇ ਹਿਸਾਬ ਨਾਲ ਸਾਲ ਦਾ 1,20,000 ਮਿਲਦਾ ਸੀ, ਹੁਣ ਉਹ ਫਿਗਰ ਡਬਲ ਹੋ ਕੇ 2,40,000 ਹੋ ਗਈ, ਯਾਨੀ ਆਲਮੋਸਟ 20,000 ਰੁਪਏ ਪਰ ਮੰਥ ਉਹਨਾਂ ਨੂੰ ਇੰਟਰਸਟ ਦੀ ਆਮਦਨੀ ਆਏਗੀ। ਇਹ ਮੈਂ ਸੋਚਦਾ ਇੱਕ ਬੜੀ ਵੱਡੀ ਫਿਗਰ ਹੈ, ਜਿਹਦੇ ਨਾਲ ਅਗਰ ਲੈਵਿਸ਼ ਤਰੀਕੇ ਨਾਲ ਨਹੀਂ ਤੇ ਘੱਟ ਤੋਂ ਘੱਟ ਬਜ਼ੁਰਗਾਂ ਦੀ ਸੰਭਾਲ ਹੋ ਸਕਦੀ ਹੈ। ਇਸ ਤੋਂ ਇਲਾਵਾ ਆਮ ਜਨਤਾ ਲਈ ਵੀ ਤੁਸੀਂ ਜਾਣਦੇ ਹੋ ਰਾਣਾ ਜੀ ਕਿ ਪੋਸਟ ਆਫਿਸ ਦੇ ਵਿੱਚ ਸਾਡਾ ਲੋਅਰ ਮਿਡਲ ਤਬਕਾ ਹੀ ਪੈਸੇ ਜਮ੍ਹਾਂ ਕਰਵਾਉਂਦਾ ਹੈ। ਅੱਗੇ ਇੱਕ ਸਕੀਮ ਹੁੰਦੀ ਸੀ ਮੰਥਲੀ ਇਨਕਮ ਸਕੀਮ, ਜਿਹਦੀ ਲਿਮਿਟ ਸਿੰਗਲ ਪਰਸਨਸ ਵਾਸਤੇ, ਅਗਰ ਸਿੰਗਲ ਪਰਸਨ ਅਕਾਊਂਟ ਖੋਲ੍ਹਦਾ ਹੈ ਤਾਂ ਉਹ 4.5 ਲੱਖ ਰੁਪਏ ਤੋਂ ਉੱਪਰ ਨਹੀਂ ਜਮ੍ਹਾਂ ਕਰਾ ਸਕਦਾ ਸੀ। ਅਗਰ ਜੁਆਇੰਟਲੀ ਖੋਲ੍ਹਦਾ ਸੀ ਤੇ ਉਹ 9 ਲੱਖ ਸੀ। ਹੁਣ ਇਹਨਾਂ ਨੇ ਉਹਨਾਂ ਦੋਨਾਂ ਲਿਮਿਟਸ ਨੂੰ ਰਿਵਾਈਜ਼ ਕਰ ਦਿੱਤਾ ਹੈ। 4.5 ਲੱਖ ਦੀ ਲਿਮਿਟ ਨੂੰ ਰਿਵਾਈਜ਼ ਕਰਕੇ 9 ਲੱਖ ਕਰ ਦਿੱਤਾ ਹੈ। ਐਂਡ ਜਿਹੜੀ 9 ਲੱਖ ਦੀ ਲਿਮਿਟ ਸੀ ਜੁਆਇੰਟਲੀ, ਸਪੋਜ਼ ਕੋਈ ਬਜ਼ੁਰਗ ਆਪਣੀ ਵਾਈਫ ਦੇ ਨਾਲ ਜੁਆਇੰਟਲੀ ਖੋਲ੍ਹਦਾ, ਨੋਰਮਲੀ ਇਸ ਤਰ੍ਹਾਂ ਹੀ ਹੁੰਦਾ ਸੀ, ਉਹ ਲਿਮਿਟ ਵਧਾ ਕੇ 15 ਲੱਖ ਕਰ ਦਿੱਤੀ ਗਈ ਹੈ। ਸੋ ਉੱਥੋਂ ਵੀ ਜਿਹੜੀ ਮੰਥਲੀ ਇਨਕਮ ਆਏਗੀ ਉਹ ਵੀ ਬਜ਼ੁਰਗਾਂ ਵਾਸਤੇ ਸਾਜ ਸੰਭਾਲ ਦੇ ਕੰਮ ਆਏਗੀ, ਉਹਨਾਂ ਦੇ ਮੈਡੀਕਲ ਲਈ ਕੰਮ ਆਏਗੀ, ਉਹਨਾਂ ਦੀ ਹੋਰ ਜ਼ਰੂਰਤਾਂ ਲਈ ਕੰਮ ਆਏਗੀ। ਸੋ ਇੱਕ ਮੈਂ ਸਮਝਦਾ ਇੱਕ ਬੜਾ ਅੱਛਾ ਇਹਨਾਂ ਨੇ ਉਪਰਾਲਾ ਕੀਤਾ ਹੈ, ਬਹੁਤ ਅੱਛਾ ਇਹ ਕੰਮ ਕੀਤਾ ਹੈ ਐਂਡ ਮੈਂ ਇਹਦੇ ਵਾਸਤੇ ਸ਼ਲਾਘਾ ਕਰਨਾ ਚਾਹਾਂਗਾ ਜੀ। ਤੁਸੀਂ ਜੀ ਕਾਲੜਾ ਸਾਹਿਬ ਨੂੰ ਦਿਓ ਮਾਈਕ। ਤੇ ਮੈਂ ਕਾਲੜਾ ਸਾਹਿਬ ਤੁਹਾਡੇ ਤੋਂ ਇਹ ਪੁੱਛਣਾ ਚਾਹੂੰਗਾ ਕਿ ਇਹ ਸਭ ਕੁਝ ਤਾਂ ਇਹਨਾਂ ਨੇ ਦੱਸਤਾ ਜਿਹੜਾ ਗਵਰਨਮੈਂਟ ਨੇ ਦਿੱਤਾ, ਤੇ ਜਿੱਥੋਂ ਜੌਬ ਕ੍ਰੀਏਟਸ ਹੋਣੀ ਹੈ ਜਾਂ ਜਿੱਥੋਂ ਇਨਕਮ ਆਉਣੀ ਹੈ, ਉਹ ਤੁਸੀਂ ਦੱਸੋ ਕਿ ਇੰਡਸਟਰੀ ਵਾਸਤੇ, ਖਾਸ ਕਰ ਸਮਾਲ ਸਕੇਲ ਇੰਡਸਟਰੀ ਵਾਸਤੇ ਜਿਹੜਾ ਹੈ ਉਹ ਇਸ ਬਜਟ ਦੇ ਵਿੱਚ ਕੀ ਐਸਾ ਖਾਸ ਕੀਤਾ ਗਿਆ ਜਿਸ ਨੂੰ ਜੋ ਆਪਾਂ ਜ਼ਿਕਰ ਕਰ ਸਕਦੇ ਹਾਂ ਲੋਕਾਂ ਲਈ? ਰਾਣਾ ਜੀ ਤੁਸੀਂ ਬਹੁਤ ਹੀ ਵਧੀਆ ਸਵਾਲ ਜਿਹੜਾ ਹੈ ਪੁੱਛਿਆ ਹੈ। ਇਹਦੇ ਵਿੱਚ ਮੈਂ ਤੁਹਾਨੂੰ ਇਸ ਗੱਲ ਤੋਂ ਥੋੜ੍ਹਾ ਜਿਹਾ ਹਟ ਕੇ ਪਹਿਲਾਂ ਇਹ ਦੱਸਣਾ ਚਾਹੁੰਦਾ ਵਾਂ
ਕਿ ਇਹ ਬਜਟ ਜਿਹੜਾ ਹੈ, ਜੋ ਮੈਂ ਜਿੰਨਾ ਹੂੰ। ਬਜਟ ਨੂੰ ਪੜ੍ਹਿਆ ਹੈ, ਐਨਾਲਾਈਜ਼ ਕੀਤਾ ਹੈ, ਹੂੰ ਹੂੰ ਇਹਦੇ ਵਿੱਚ ਇੱਕ ਚੀਜ਼ ਬੜੀ ਖਾਸ ਆਂਦੀ ਹੈ ਕਿ ਬਜਟ ਅੱਜ 1 ਸਾਲ ਲਈ ਨਹੀਂ ਬਣਿਆ ਜੀ। ਹੂੰ। ਇਹ ਬਜਟ ਇੱਕ ਇੱਦਾਂ ਦਾ ਮੀਲ ਪੱਥਰ ਰੱਖਿਆ ਗਿਆ ਹੈ, ਇੱਕ ਇੱਦਾਂ ਦੀ ਨੀਂਹ ਰੱਖੀ ਗਈ ਹੈ ਕਿ ਇਹ ਆਉਣ ਵਾਲੇ 10 ਸਾਲਾਂ ਦਾ ਬੇਸ ਬਣ ਗਿਆ ਹੈ। ਦੇਖੋ, ਬਹੁਤ ਥੋੜ੍ਹੇ ਸਾਲ ਪਹਿਲੋਂ ਸਾਨੂੰ 1.5 ਲੱਖ ਰੁਪਏ ਦੀ ਐਗਜ਼ੰਪਸ਼ਨ ਹੁੰਦੀ ਸੀ, 1,60,000 ਰੁਪਏ ਦੀ ਬੇਸਿਕ ਜਿਹੜੀ ਛੂਟ ਹੁੰਦੀ ਸੀ। ਅੱਜ ਪਿਛਲੇ ਸਾਲ 5 ਲੱਖ ਤੋਂ ਸਿੱਧੀ 7 ਲੱਖ ਤੱਕ ਜਿਹੜੀ ਹੈ ਉਹ ਛੂਟ ਲੈ ਗਏ ਜੀ। ਹੂੰ ਉਹਦਾ ਸਾਡੇ ਕੋਲ 50-60% ਜਿਹੜੇ ਬੰਦੇ ਜਿੰਨੀਆਂ ਵੀ ਰਿਟਰਨਾਂ ਅਸੀਂ ਫਾਈਲ ਕਰਦੇ ਹਾਂ ਉਹਦੇ ਵਿੱਚੋਂ ਸੈਲਰੀਡ ਕਲਾਸ ਦੀਆਂ ਹੁੰਦੀਆਂ। ਹੂੰ ਉਹਦਾ ਡਾਇਰੈਕਟਲੀ ਬੈਨੀਫਿਟ ਆਮ ਤੌਰ ਤੇ ਤਾਂ ਬਜਟ ਦੇ ਵਿੱਚ ਅਸੀਂ ਦੇਖਦੇ ਹਾਂ ਇਨਡਾਇਰੈਕਟਲੀ ਬੈਨੀਫਿਟ ਕੋਈ ਛੋਟੇ ਮੋਟੇ ਯਾਰ ਐਕਸਾਈਜ਼ ਦੇ ਵਿੱਚ ਹੋ ਗਿਆ ਜਾਂ GST 'ਚ ਹੋ ਗਿਆ। ਡਾਇਰੈਕਟਲੀ ਜਿਹੜਾ ਬੈਨੀਫਿਟ ਜਿਹੜਾ ਹੈਗਾ ਵਾ ਉਹ ਜਿਹੜੇ ਹੈਗੇ ਵਾ ਇਹਨਾਂ ਨੂੰ ਸਰਵਿਸ ਕਲਾਸ ਨੂੰ ਜਾਏਗਾ ਜੀ। ਮੈਨੂੰ ਇੱਕ ਸ਼ੇਰ ਯਾਦ ਆ ਗਿਆ, ਉਹ ਕਹਿੰਦੇ ਅਭੀ तो शीशा हूँ सभी के आंखों में चुभता हूँ, अभी शीशा हूँ सबकी आंखों में चुभता हूँ, कल आईना बनूंगा तो सारा जहां देखेगा। सीतारमन जी ने ਜਿਹੜਾ ਬਜਟ ਪੇਸ਼ ਕੀਤਾ ਹੈ, ਇਹ ਬਜਟ ਇੱਕ ਆਈਨਾ ਬਣਾਤਾ ਜੀ ਸ਼ੀਸ਼ੇ ਤੋਂ, ਹੂੰ ਜਿਹਦੇ ਵਿੱਚ ਪੂਰਾ ਜਹਾਂ ਸਾਨੂੰ ਦੇਖੇਗਾ, ਸਾਰੀ ਦੁਨੀਆ ਸਾਡੇ ਵੱਲ ਤੱਕਦੀ ਪਈ ਹੈ। ਬੜੀ ਵੱਡੀ ਸਾਡੀ ਇਕਨੋਮੀ ਹੈ ਜੀ। ਅੱਜ ਅਸੀਂ 5ਵੀਂ ਸਭ ਤੋਂ ਵੱਡੀ ਇਕਨੋਮੀ ਹੋ ਗਏ ਹਾਂ ਤੇ ਜੋ ਲੱਗ ਰਿਹਾ ਹੈ ਆਉਣ ਵਾਲੇ ਸਾਲਾਂ ਵਿੱਚ ਸ਼ਾਇਦ ਅਸੀਂ ਬਹੁਤ ਛੇਤੀ ਉੱਪਰਲੀਆਂ 2 ਇਕਨੋਮੀਆਂ ਤਾਂ ਨਹੀਂ, ਤੀਸਰੀ ਇਕਨੋਮੀ ਤੇ ਅਸੀਂ ਪਹੁੰਚ ਜਾਵਾਂਗੇ ਜੀ। ਉਸ ਤੋਂ ਬਾਅਦ ਜਿਹੜੀ ਤੁਸੀਂ ਗੱਲ ਪੁੱਛੀ ਹੈਗੀ ਹੈ ਕਿ ਛੋਟੇ ਐਂਟਰਪ੍ਰੈਨਿਓਰ ਲਈ ਜਾਂ ਛੋਟੇ ਹੂੰ। ਬਿਜ਼ਨਸਮੈਨ ਲਈ, ਉੱਥੇ ਅੱਜ ਇੱਕ ਸੈਕਸ਼ਨ 44 ਏਡੀ ਹੁੰਦਾ ਜੀ ਸਾਡੇ, ਜੀ ਹੈ ਨਾ ਜੀ। ਸੈਕਸ਼ਨ 44 ਏਡੀ ਜਿਹੜਾ ਸੀਗਾ ਉਹ ਸੈਕਸ਼ਨ 44 ਏਡੀ ਜਿਹੜਾ ਸੀਗਾ ਉਹ ਸਾਡੇ ਕੋਲ ਹੂੰ। ਸੀਗਾ। ਜਿਹੜੇ ਛੋਟੇ ਬਿਜ਼ਨਸਮੈਨ ਹੈਗੇ ਆ ਉਹਨਾਂ ਨੂੰ ਕਿਤਾਬਾਂ ਰੱਖਣ ਦੀ ਲੋੜ ਨਾ ਪਵੇ, ਅਕਾਊਂਟੈਂਟ ਦੀ ਲੋੜ ਨਾ ਪਵੇ, CA ਦੀ, ਵਕੀਲਾਂ ਦੀ ਲੋੜ ਨਾ ਪਵੇ, ਹੂੰ ਤੇ ਉਹ ਆਪਣੀ ਰਿਟਰਨ ਜਿਹੜੀ ਹੈਗੀ ਹੈ ਐਸਟੀਮੇਟਿਡ ਬੇਸਿਸ ਦੇ ਉੱਤੇ ਜਿਹੜੀ ਹੈਗੀ ਹੈ ਉਹ ਡਿਕਲੇਅਰ ਕਰ ਦੇਣ। 8% ਉਹਦੇ ਵਿੱਚ ਪ੍ਰੋਫਿਟ ਦਿਖਾ ਦੇਣ ਆਪਣੀ ਟਰਨਓਵਰ ਦਾ ਤੇ ਭਰ ਦੇਣ। ਉਹਦੀ ਲਿਮਿਟ ਜਿਹੜੀ ਮੈਕਸਿਮਮ ਲਿਮਿਟ ਸੀਗੀ ਉਹ 2 ਕਰੋੜ ਸੀ, ਹੂੰ ਜਿਹਨੂੰ ਮੈਡਮ ਨੇ ਸਿੱਧਾ ਚੱਕ ਕੇ 3 ਕਰੋੜ ਰੁਪਏ ਕਰ ਦਿੱਤਾ ਜੀ। ਇਸ ਤੋਂ ਇਲਾਵਾ ਮੈਡਮ ਨੇ ਪ੍ਰੋਫੈਸ਼ਨਲਸ ਲਈ, ਡਾਕਟਰਸ ਲਈ, CA ਲਈ, ਵਕੀਲਾਂ ਲਈ, ਜਿੰਨੇ ਵੀ ਪ੍ਰੋਫੈਸ਼ਨਲ ਬੰਦੇ ਆ ਉਹਨਾਂ ਲਈ 75 ਲੱਖ ਰੁਪਏ ਤੱਕ ਕਰ ਦਿੱਤਾ ਕਿ ਉਹਨਾਂ ਨੂੰ ਕਿਤਾਬਾਂ ਰੱਖਣ ਦੀ ਲੋੜ ਨਹੀਂ। ਉਹ ਆਪਣੀ ਜਿਹੜੀ ਇਨਕਮ ਹੈਗੀ ਹੈ ਉਹਦਾ 50% ਜਿਹੜਾ ਹੈਗਾ ਵਾ ਉਹ ਪ੍ਰੋਫਿਟ ਦਿਖਾਉਣ ਤੇ ਉਹਦੇ ਉੱਤੇ ਟੈਕਸ ਭਰ ਦੇਣ। ਓਕੇ। ਉੱਤੇ ਟੈਕਸ ਭਰ ਦੇਣ ਜੀ। ਹੂੰ ਹੁਣ ਇਹ ਤਾਂ ਪ੍ਰੋਫੈਸ਼ਨਲ ਜਾਂ ਛੋਟੇ, ਅੱਛਾ ਫਿਰ ਜਿਹੜੇ MSME ਦੇ ਜਿਹੜੇ ਅਦਾਰੇ ਹੈਗੇ ਆ ਜੀ, ਜਿਹਦੇ ਵਿੱਚ ਛੋਟੇ ਲਘੂ ਉਦਯੋਗ ਜਿਹਨੂੰ ਅਸੀਂ ਕਹਿ ਦਿੰਦੇ ਆਉਂਦੇ ਆ ਜੀ, ਉਹਨਾਂ ਦੇ ਲਈ ਜਿਹੜਾ ਹੈ ਉਹ 75,000 ਕਰੋੜ ਰੁਪਈਆ ਰੱਖਿਆ ਹੈ, ਜਿਹੜਾ ਕਿ ਤੁਸੀਂ ਲੋਨ ਡਿਸਬਰਸਮੈਂਟ ਜਿਹੜੀ ਹੈਗੀ ਹੈ ਬੈਂਕਾਂ ਨੇ ਕਰਨੀ ਹੈ ਹੂੰ ਵਿਦਆਊਟ ਐਨੀ ਕੋਲੈਟਰਲ ਸਿਕਿਉਰਿਟੀ। ਗਵਰਨਮੈਂਟ ਸਿਕਿਉਰਿਟੀ ਦੇਗੀ, ਉਹਦੀ ਸਿਕਿਉਰਿਟੀ ਜਿਹੜੀ ਹੈ ਗਵਰਨਮੈਂਟ ਸਿਕਿਉਰਿਟੀ ਦੇਗੀ ਕਿ ਅਸੀਂ ਜੇ ਨਹੀਂ ਬੰਦਾ ਦੇਗਾ ਪੈਸਾ ਤੇ ਅਸੀਂ ਪੈਸਾ ਜਿਹੜਾ ਹੈ ਉਹ ਵਾਪਸ ਕਰਾਂਗੇ। ਜੇ ਅਸੀਂ ਦੇਖੀਏ ਇਸ ਬਜਟ ਦੇ ਵਿੱਚ ਇਹ ਜਿਹੜਾ ਬੇਸ ਬਣਿਆ, ਇਹ ਬੇਸ ਬਣਦੇ ਇੱਥੇ ਤੱਕ ਪਹੁੰਚਦੇ ਮੇਰੇ ਖਿਆਲ 5 ਲੱਖ ਤੋਂ 7 ਲੱਖ ਤੱਕ ਪਹੁੰਚਦੇ 10 ਸਾਲ ਲੱਗ ਜਾਣੇ ਸੀਗੇ, ਲੇਕਿਨ ਇਹ ਇੱਕਦਮ 5 ਤੋਂ 10 ਸਾਲ ਦਾ ਮਤਲਬ ਕਿ 10 ਸਾਲ ਦਾ ਕੰਮ ਜਿਹੜਾ ਹੈ ਉਹ ਅੱਜ ਹੀ ਛੋਟੇ ਐਂਟਰਪ੍ਰੈਨਿਓਰ ਦੇ ਲਈ ਜਿਹੜਾ ਹੈ ਉਹ FM ਮੈਡਮ ਨੇ ਕਰ ਦਿੱਤਾ ਵਾ। ਅਸੀਂ ਉਹਨਾਂ ਦੇ ਬੜੇ ਸ਼ੁਕਰਗੁਜ਼ਾਰ ਹੈਗੇ ਹਾਂ ਜੋ ਉਹਨਾਂ ਨੇ ਸਾਡੇ ਇੰਡਸਟਰੀ ਲਈ ਕੀਤਾ ਹੈ, ਜੋ ਸਾਡੇ ਛੋਟੇ ਲਘੂ ਉਦਯੋਗਾਂ ਲਈ ਕੀਤਾ ਹੈ, ਤੇ ਇਹਦੇ ਨਾਲ ਹੀ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਜੀ ਮੈਡਮ ਦਾ ਜੀ। ਇਹ ਗੱਲਾਂ ਜਿਹੜੀਆਂ ਆਪਾਂ ਕੀਤੀਆਂ ਨੇ, ਇਹ ਗੱਲਾਂ ਹੈਗੀਆਂ ਉਹਨਾਂ ਚੀਜ਼ਾਂ ਨਾਲ ਜੁੜੀਆਂ ਜਿਹੜੀਆਂ ਚੀਜ਼ਾਂ ਬਜਟ ਦੇ ਨਾਲ ਆਮ ਲੋਕਾਂ ਦੇ ਸਾਹਮਣੇ ਆਉਂਦੀਆਂ ਨੇ। ਹੁਣ ਇੱਕ ਅਜਿਹਾ ਸੈਕਟਰ ਜਿਹੜਾ ਆਪਾਂ ਕਹਿ ਸਕਦੇ ਹਾਂ ਉਹ ਹੈਗਾ ਟੂਰਿਜ਼ਮ ਦਾ ਸੈਕਟਰ। ਟੂਰਿਜ਼ਮ ਦਾ ਸੈਕਟਰ ਮੈਨੂੰ ਇਹ ਲੱਗਦਾ ਹੈ ਕਿ ਦੇਸ਼ ਦਾ ਸ਼ਾਇਦ ਹੀ ਕੋਈ ਬੰਦਾ ਹੋਏਗਾ, ਕੋਈ ਆਦਮੀ ਹੋਏਗਾ ਜਿਹੜਾ ਇਸ ਕਦੀ ਵੀ ਕਿਤੇ ਟੂਰ 'ਤੇ ਨਾ ਗਿਆ ਹੋਵੇ ਜਾਂ ਉਹਨੂੰ ਕਿਸੇ ਤਰ੍ਹਾਂ ਦੀ ਫੈਸਿਲਿਟੀਜ਼ ਨਾ ਚਾਹੀਦੀਆਂ ਹੋਣ। ਅਤੇ ਤੁਸੀਂ ਦੱਸੋ ਸਰ, ਸਾਨੂੰ ਖੁਰਾਣਾ ਸਾਹਿਬ ਤੁਸੀਂ ਦੱਸੋਗੇ ਇਹ ਗੱਲ, ਕਿਉਂਕਿ ਤੁਸੀਂ ਯੰਗ ਵੀ ਹੋ ਔਰ ਇਸ ਫੀਲਡ ਦੇ ਵਿੱਚ ਵੀ ਹੋ, ਅਤੇ ਤੁਸੀਂ ਇਹ ਦੱਸੋ ਕਿ ਟੂਰਿਜ਼ਮ ਦੇ ਵਿੱਚ ਅੱਗੇ ਤੋਂ ਅੱਗੇ ਕੀ ਸੰਭਾਵਨਾਵਾਂ ਜਿਹੜੀਆਂ ਹੈਗੀਆਂ ਉਹ ਸਰਕਾਰ ਨੇ ਛੱਡੀਆਂ ਨੇ। ਦੇਖੋ ਜੀ, ਬਹੁਤ ਅੱਛਾ ਕਿਹਾ ਰਾਣਾ ਜੀ ਨੇ ਕਿ ਟੂਰ ਦੇ ਉੱਤੇ ਕਿਹੜਾ ਬੰਦਾ ਜਿਹੜਾ ਨਹੀਂ ਜਾਂਦਾ। ਅੱਜ ਕੱਲ੍ਹ ਰਿਵਾਜ ਚੱਲ ਗਿਆ ਫੋਰਨ ਟੂਰਸ ਦਾ। ਜੀ।
ਫੋਰਨ ਟੂਨ ਆਪਾਂ ਕਰਦੇ ਆ, ਹੂੰ ਦੇਸ਼ ਦਾ ਪੈਸਾ ਬਾਹਰ ਜਾਂਦਾ, ਹੂੰ ਤਾਂ ਇਸ ਬਜਟ ਵਿੱਚ ਸਾਡੇ ਫਾਈਨੈਂਸ ਮਿਨਿਸਟਰ ਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ। ਉਹ ਕਹਿੰਦੇ ਜੀ ਦੇਖੋ ਆਪਣਾ ਦੇਸ਼, ਇੱਕ ਇਨੀਸ਼ੀਏਟਿਵ ਇਹਦੇ 'ਚ ਲੈ ਕੇ ਆਂਦਾ, ਜਿਹਦੇ ਵਿੱਚ 50 ਡੈਸਟੀਨੇਸ਼ਨਸ 50 ਡੈਸਟੀਨੇਸ਼ਨਸ ਨੂੰ ਤਿਆਰ ਕੀਤਾ ਜਾਏਗਾ, ਜਿਹਨੂੰ ਕਿ ਅਸੀਂ ਐਕਸਪਲੋਰ ਕਰ ਸਕਦੇ ਹਾਂ। ਵਧੀਆ ਉੱਥੇ ਫੈਸਿਲਿਟੀਜ਼ ਸਾਨੂੰ ਮਿਲਣਗੀਆਂ, ਹੋਟਲਸ ਉੱਥੇ ਖੋਲ੍ਹੇ ਜਾਣਗੇ, ਡਿਵੈਲਪਮੈਂਟ ਹੋਏਗੀ। ਇਹ ਟੂਰਿਜ਼ਮ ਦਾ ਪਰਪਸ ਹੋ ਗਿਆ। ਜੀ ਹੁਣ ਮੈਂ ਦੱਸਦਾ ਤੁਹਾਨੂੰ ਕਿ ਇਹ ਯੂਥ ਨੂੰ ਲੈ ਕੇ ਓਰੀਐਂਟਡ ਕਿੱਦਾਂ, ਅਤੇ ਇਹਦੇ ਵਿੱਚ AI ਦੇ ਨਾਲ ਕੀ ਹੈ। AI ਦਾ ਮਤਲਬ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ। ਅੱਜ ਕੱਲ੍ਹ ਇੱਕ ਬਹੁਤ ਪ੍ਰਚਲਿਤ ਹੋਇਆ ਚੈਟ GPT, ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਚੱਲਦੀ ਹੈ ਚੀਜ਼। ਉਹਦੇ ਵਾਸਤੇ ਸਰਕਾਰ ਨੇ ਇਸ ਟਾਈਮ 3 ਸੈਂਟਰ ਜਿਹੜੇ ਹੈ ਉਹ ਤਿਆਰ ਕੀਤੇ ਆ, ਜਿਹਦਾ ਨਾਮ ਰੱਖਿਆ ਮੇਕ AI ਫੋਰ ਇੰਡੀਆ, ਦੂਜਾ ਨਾਮ ਰੱਖਿਆ ਮੇਕ AI ਵਰਕ ਫੋਰ ਇੰਡੀਆ। ਇਹ ਸਾਨੂੰ ਆਉਣ ਵਾਲੇ ਟਾਈਮ 'ਚ ਉੱਪਰ ਲੈ ਕੇ ਜਾਏਗਾ ਇਕੋਨਮੀ ਨੂੰ। ਇਹਦੇ ਨਾਲ 100 ਲੈਬਸ 100 ਲੈਬਸ ਤਿਆਰ ਕੀਤੀਆਂ, ਜਿੱਥੇ ਕਿ 5G ਦੀ ਸਪੋਰਟ ਦੇ ਨਾਲ ਐਪਲੀਕੇਸ਼ਨਸ ਤਿਆਰ ਹੋਣਗੀਆਂ। ਸੋ ਇਹ ਸਾਰਾ ਦਾ ਸਾਰਾ ਜਿਹੜਾ ਬਜਟ ਹੈ ਇਹ ਫਿਊਚਰ ਓਰੀਐਂਟਡ ਹੈ, ਇਹ ਯੂਥ ਨੂੰ ਨਾਲ ਲੈ ਕੇ ਚੱਲਣ ਵਾਲਾ, ਅਤੇ ਬਹੁਤ ਵਧੀਆ ਬਜਟ ਹੈ। ਅਤੇ ਟੈਕਸ ਸਲੈਬ ਜਿਹੜੀ ਹੈ ਉਹ 5 ਤੋਂ 7 ਲੱਖ ਹੋ ਗਈ ਹੈ। ਆਮ ਇਨਸਾਨ ਨੂੰ ਬਹੁਤ ਇਹਦੇ ਨਾਲ ਫਾਇਦਾ ਹੋਏਗਾ, ਅਤੇ ਸਾਰਾ ਕੁਛ ਇਹਦੇ 'ਚ ਫਾਰਮਰਸ ਵਾਸਤੇ ਬਹੁਤ ਵਧੀਆ ਚੀਜ਼ ਹੈ। ਇਹਦੇ 'ਚ ਕਸਟਮ ਡਿਊਟੀ ਜਿਹੜੀ ਹੈ ਉਹ 21% ਤੋਂ 13% ਕਰ ਦਿੱਤੀ ਗਈ ਹੈ, ਜੋ ਕਿ ਇੱਕ ਬਹੁਤ ਜ਼ਿਆਦਾ ਵੱਡਾ ਫੈਸਲਾ। ਇਹਦੇ ਨਾਲ ਸਾਨੂੰ ਇਲੈਕਟ੍ਰੋਨਿਕ ਆਈਟਮਸ, ਮੋਬਾਈਲ ਫੋਨਸ, ਬੈਟਰੀਜ਼ ਇਹ ਬਹੁਤ ਜ਼ਿਆਦਾ ਸਸਤੇ ਰੇਟ 'ਤੇ ਅਵੇਲੇਬਲ ਹੋਣਗੀਆਂ ਅੱਗੇ, ਅਤੇ ਦਿਸ ਇਜ਼ ਵੈਰੀ ਗੁੱਡ ਪੁਆਇੰਟ ਆਈ ਥਿੰਕ ਸੋ। ਅੱਛਾ ਜੀ, ਇਹ ਆਪਾਂ ਸਾਰੇ ਜਿਹੜੇ ਮਾਹਰ ਨੇ ਆਪਣੇ 'ਚ ਬੈਠੇ ਉਹਨਾਂ ਨਾਲ ਗੱਲਬਾਤ ਕੀਤੀ ਹੈ। ਹਜੇ ਤੱਕ ਇਹਨਾਂ ਨੇ ਅਲੱਗ-ਅਲੱਗ ਜਿਹੜੇ ਪੁਆਇੰਟਸ ਚੁੱਕ ਕੇ ਉਹਨਾਂ 'ਤੇ ਕੁਝ ਵਿਸ਼ੇਸ਼ਤਾਵਾਂ ਦੱਸੀਆਂ ਜੋ ਇਸ ਟੈਕਸ ਦੇ ਵਿੱਚ FM ਸਾਹਿਬਾਂ ਨੇ ਦਿੱਤੀਆਂ ਨੇ ਆਪਾਂ ਨੂੰ। ਤੁਸੀਂ ਹੁਣ ਦੱਸੋ ਕਿ ਜੋ ਕੁਝ ਇਹਨਾਂ ਨੇ ਦੱਸਿਆ ਉਹਦੇ ਵਿੱਚ ਕਿੰਨੀ ਕੁ ਐਸੀ ਸੰਭਾਵਨਾਵਾਂ ਨੇ ਜਿਹੜੀਆਂ ਆਮ ਲੋਕਾਂ ਦੇ ਸਮਝ 'ਚ ਆਉਣਗੀਆਂ। ਆਮ ਲੋਕਾਂ ਨੂੰ ਅਕਸਰ ਦੇਖਿਆ ਜਾਂਦਾ ਇਹ ਹੈ ਕਿ ਬਜਟ ਜਦੋਂ ਪੇਸ਼ ਹੁੰਦਾ, ਇਹਨੂੰ ਜਦੋਂ ਚੈਨਲਾਂ ਦੇ ਵਿੱਚ ਮਾਹਰ ਬੈਠ ਕੇ ਡਿਸਕਸ ਕਰਦੇ ਤਾਂ ਕਿਸੇ ਆਮ ਆਦਮੀ ਨੂੰ ਜਾ ਕੇ ਇਹ ਗੱਲ ਸਮਝ ਆਉਂਦੀ ਹੈ। ਡਾਇਰੈਕਟਲੀ ਬਜਟ ਜਿਹੜਾ ਹੈ ਉਹ ਮੈਨੂੰ ਲੱਗਦਾ ਹੈ ਕਿ ਸਮਝ ਨਹੀਂ ਆਉਂਦਾ। ਨਹੀਂ, ਤੇ ਸੱਚਾਈ ਹੈ। ਆਪਾਂ ਜਦੋਂ ਹੁਣ ਜੇ ਸਹੀ। ਬੈਠੇ ਆ, ਖਾਸ ਕਰ ਦੈਨਿਕ ਸਵੇਰਾ ਨੇ ਜੇ ਇਹ ਪ੍ਰਬੰਧ ਕੀਤਾ ਹੈ ਕਿ ਤੁਸੀਂ ਕਿਉਂਕਿ ਟੈਕਸ ਦੇ ਮਾਹਰ ਹੋ ਸਾਰੇ, ਕਿ ਤੁਸੀਂ ਇਹ ਜ਼ਿਆਦਾ ਬੈਟਰ ਦੱਸ ਸਕਦੇ ਹੋ ਕਿ ਆਮ ਇਨਸਾਨ ਨੂੰ ਇਹ ਜੋ ਗੱਲਾਂ ਤੁਸੀਂ ਕੀਤੀਆਂ ਉਹਨੂੰ ਈਜ਼ੀ ਵੇ ਨਾਲ ਕਿੱਦਾਂ ਸਮਝਾਇਆ ਜਾ ਸਕਦਾ ਹੈ। ਰਾਣਾ ਜੀ ਬਹੁਤ ਤੁਸੀਂ ਵਧੀਆ ਸਵਾਲ ਕੀਤਾ ਹੈ। ਉਹਦਾ ਕਾਰਨ ਕੀ ਆ, ਬਜਟ ਦੇ ਵਿੱਚ 2 ਤਰ੍ਹਾਂ ਦੀਆਂ ਚੀਜ਼ਾਂ ਹੈ। ਇੱਕ ਹੈ ਟੈਕਨੀਕਲ ਚੀਜ਼ਾਂ, ਇੱਕ ਹੈਗੀਆਂ ਬਜਟ ਦੇ ਵਿੱਚ ਫਾਈਨੈਂਸ਼ੀਅਲ ਚੀਜ਼ਾਂ, ਇੱਕ ਹੈਗੀਆਂ ਆ ਇਮੋਸ਼ਨਲੀ ਲੋਕਾਂ ਦੇ ਨਾਲ ਜੁੜੀਆਂ ਚੀਜ਼ਾਂ। ਟੈਕਨੀਕਲ ਚੀਜ਼ਾਂ ਜਿਹੜੀਆਂ ਫਾਈਨਾਂਸ ਨਾਲ ਜੁੜੀਆਂ ਉਹ ਅਸੀਂ ਟੈਕਸ ਦੇ ਮਾਹਰ ਬੜੀ ਜਲਦੀ ਪੜ੍ਹ ਲੈਂਦੇ ਹਾਂ, ਦੱਸ ਦਿੰਦੇ। ਬਹੁਤ ਸਾਰੀਆਂ ਚੀਜ਼ਾਂ ਐਸੀਆਂ ਰਹਿ ਜਾਂਦੀਆਂ, ਅਸੀਂ ਕੁਝ ਸੋਚਦੇ ਹਾਂ, ਪਬਲਿਕ ਕੁਝ ਸੋਚਦੀ ਹੈ। ਮੇਰੇ ਸਾਥੀਆਂ ਨੇ ਜਿਹੜੀਆਂ ਹੁਣ ਗੱਲਾਂ ਤੁਹਾਨੂੰ ਦੱਸੀਆਂ ਮਾਹਰਾਂ ਨੇ, ਮੈਂ ਉਹਨਾਂ ਵਿੱਚੋਂ ਪੁਆਇੰਟ ਲੈ ਕੇ, ਜਿਸ ਤਰ੍ਹਾਂ ਕੱਕੜ ਸਾਹਿਬ ਨੇ ਇਹ ਗੱਲ ਕੀਤੀ ਸੀਨੀਅਰ ਸਿਟੀਜ਼ਨਸ ਨੂੰ, ਨੋ ਡਾਊਟ ਬਹੁਤ ਮਤਲਬ ਉਹਨਾਂ ਨੂੰ ਉਹਨੇ ਬੂਸਟ ਦਿੱਤਾ ਗਵਰਨਮੈਂਟ ਨੇ, ਵੀ ਉਹਦੀ ਲਿਮਿਟ ਜਿਹੜੀ ਡਿਪੋਜ਼ਿਟ ਦੀ ਹੈਗੀ ਉਹ ਰੇਜ਼ ਕਰ ਦਿੱਤੀ, 15 ਤੋਂ 30 ਲੱਖ ਕਰਤੀ, 4.5 ਤੋਂ 9 ਲੱਖ ਕਰਤੀ। ਉਹ ਬਿਲਕੁਲ ਠੀਕ ਹੈ, ਲੇਕਿਨ ਜੋ ਮੈਂ ਮਹਿਸੂਸ ਕਰਦਾ, ਸੀਨੀਅਰ ਸਿਟੀਜ਼ਨਸ ਦੇ ਵਿੱਚ 2 ਤਰ੍ਹਾਂ ਦੀਆਂ ਕੈਟਾਗਰੀਜ਼ ਆ। ਇੱਕ ਕੈਟਾਗਰੀਜ਼ ਆ ਜਿਹੜੇ ਲੋਕਾਂ ਨੂੰ ਸਰਕਾਰੀ ਨੌਕਰੀਆਂ ਤੋਂ ਰਿਟਾਇਰ ਹੋ ਕੇ ਪੈਨਸ਼ਨ ਮਿਲ ਰਹੀ ਹੈ, ਉਹ ਕਲਾਸ ਅਲੱਗ ਆ। ਇੱਕ ਹੈ ਜਿਸ ਤਰ੍ਹਾਂ ਤੁਸੀਂ ਸਾਡੇ ਪੱਤਰਕਾਰ ਸਾਥੀ ਜਾਂ ਹੋਰ ਪ੍ਰਾਈਵੇਟ ਸੈਕਟਰ 'ਚ ਕੰਮ ਕਰਦੇ ਜਿਨ੍ਹਾਂ ਨੂੰ ਪੈਨਸ਼ਨ ਨਹੀਂ ਮਿਲਦੀ ਰਿਟਾਇਰਮੈਂਟ ਤੋਂ ਬਾਅਦ। ਮੈਂ ਬਿਲਕੁਲ ਇਹ ਗੱਲ ਪਹਿਲਾਂ ਹੀ ਕਰਨਾ ਚਾਹੁੰਦਾ ਸੀਗਾ ਜਦੋਂ ਗੱਲ ਹੋਈ ਹੈ ਕਿ ਜਿਹੜੇ ਪੈਨਸ਼ਨ ਲੈ ਰਹੇ ਨੇ ਬਜ਼ੁਰਗ, ਆਪਾਂ ਹਮੇਸ਼ਾ ਹੀ ਜਦੋਂ ਵੀ ਗੱਲ ਕਰਦੇ ਹਾਂ ਬਜ਼ੁਰਗਾਂ ਦੀ, ਉਹਨਾਂ ਲੋਕਾਂ ਦਾ ਹੀ ਜ਼ਿਕਰ ਹੁੰਦਾ ਹੈ। ਇੱਕ ਉਹ ਇਨਸਾਨ ਜਿਹੜਾ ਨਹੀਂ ਸਰਕਾਰੀ ਨੌਕਰੀ ਕਰਦਾ, ਜਿੱਦਾਂ ਹੁਣ ਮੈਂ ਸਰਕਾਰੀ ਨੌਕਰੀ ਨਹੀਂ ਕਰਦਾ, ਮੈਂ ਵੀ ਇੱਕ ਦਿਨ ਬਜ਼ੁਰਗ ਹੋਣਾ, ਅਤੇ ਜਦੋਂ ਮੇਰੇ ਕੋਲ ਕੋਈ ਨੌਕਰੀ ਨਹੀਂ ਹੋਏਗੀ ਜਾਂ ਕੁਛ ਵੀ ਮੇਰੇ ਕੋਲ ਕੋਈ ਐਸਾ ਸਾਧਨ ਨਹੀਂ ਹੋਏਗਾ, ਉਹਦੇ ਵਾਸਤੇ ਜਿਹੜੀਆਂ ਸਰਕਾਰਾਂ ਅਜੇ ਤੱਕ ਬਜਟ ਪੇਸ਼ ਕਰਦੀਆਂ ਆਈਆਂ ਨੇ,
ਤੇ ਉਹਨਾਂ ਦੇ ਵਾਸਤੇ ਕੀ ਰੱਖਿਆ? ਕਿਉਂਕਿ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਜਿਹੜੇ ਲੋਕ ਨੌਕਰੀ ਨਹੀਂ ਕਰਦੇ ਔਰ ਸਰਕਾਰੀ ਨੌਕਰੀ ਤੇ ਨਹੀਂ ਹੈ, ਉਹਨਾਂ ਨੂੰ ਪੈਨਸ਼ਨ ਵੀ ਨਹੀਂ ਮਿਲ ਰਹੀ, ਤੇ ਕਈ ਵਾਰ ਇਹ ਹੁੰਦਾ ਕਿ ਪਰਿਵਾਰ ਵੀ ਉਹਨਾਂ ਦੀ ਕੋਈ ਬਹੁਤ ਜ਼ਿਆਦਾ ਦੇਖਭਾਲ ਜਿਹੜਾ ਹੈ ਉਹ ਨਹੀਂ ਕਰਦਾ, ਤੇ ਐਸੇ ਲੋਕਾਂ ਵਾਸਤੇ ਸਰਕਾਰਾਂ ਕੀ ਕਰ ਰਹੀਆਂ ਨੇ? ਅੱਜ ਦੇ ਬਜਟ 'ਚ ਕੀ ਕੀ ਸੀਗਾ? ਇਹੀ ਸਾਰੇ ਇੱਕ ਮੈਂ ਕਹਾਂਗਾ ਓਵਰਆਲ ਬਜਟ ਬਹੁਤ ਅੱਛਾ ਹੈ, ਲੇਕਿਨ ਇਹ ਨਹੀਂ ਅੱਛਾ, ਇੰਨਾ ਅੱਛਾ ਇਹਦੇ 'ਚ ਕਮੀਆਂ ਨਹੀਂ ਹੈਗੀਆਂ। ਜੇ ਇਮਾਨਦਾਰੀ ਨਾਲ ਗੱਲ ਕਰੀਏ ਤਾਂ ਸਾਡਾ ਫਰਜ਼ ਬਣਦਾ ਤੁਹਾਡੇ ਜ਼ਰੀਏ ਅਸੀਂ ਕਮੀਆਂ ਵੀ ਉਜਾਗਰ ਕਰੀਏ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਪਹੁੰਚਣ। ਹੋ ਸਕਦਾ ਬਜਟ ਸੈਸ਼ਨ ਦੇ ਵਿੱਚ ਜਾਂ ਉਹਦੇ ਬਾਅਦ ਦੇ ਵਿੱਚ ਕੋਈ ਸਕੀਮ ਆ ਜਾਵੇ। ਜਿਹੜੇ ਸੀਨੀਅਰ ਸਿਟੀਜ਼ਨ ਹੈਗੇ ਆ, ਇੱਕ ਕੈਟਾਗਰੀ ਹੈ ਜਿਹੜੇ ਸਰਕਾਰੀ ਨੌਕਰੀਆਂ ਤੋਂ ਰਿਟਾਇਰ ਹੋਏ, ਉਹਨਾਂ ਨੂੰ ਅੱਛੀ ਪੈਨਸ਼ਨ ਮਿਲ ਰਹੀ ਹੈ, ਲੇਕਿਨ ਮੈਜੋਰਿਟੀ ਜਿਹੜੇ ਲੋਕ ਹੈਗੇ ਆ ਪ੍ਰਾਈਵੇਟ ਸੈਕਟਰ 'ਚ ਹੈਗੇ ਆ ਜਾਂ ਪ੍ਰੋਫੈਸ਼ਨਲ ਲੋਕ ਹੈਗੇ ਆ ਜਿਨ੍ਹਾਂ ਨੂੰ ਓਲਡ ਏਜ ਦੇ ਵਿੱਚ ਨਹੀਂ ਮਿਲਦੀ। ਕਮ ਸੇ ਕਮ ਜੇ ਉਹਨਾਂ ਨੇ ਆਪਣੀ ਸੇਵਿੰਗਸ ਜਿਹੜੀਆਂ ਜਮ੍ਹਾਂ ਕਰਨ ਦੀ ਲਿਮਿਟ ਤਾਂ ਵੱਧ ਗਈ ਪੋਸਟ ਆਫਿਸ ਹੈ, ਉਹਦੀ ਘੱਟੋ ਘੱਟ ਜਿਹੜੀ ਹੈਗੀ ਆ ਰੇਟ ਆਫ ਇੰਟਰਸਟ ਉਹ 10% ਦਾ ਹੋਣਾ ਚਾਹੀਦਾ ਸੀ, ਤਾਂ ਕਿ ਉਹ ਇਸ ਵਿਆਜ ਦੇ ਨਾਲ ਆਪਣੀ ਜ਼ਿੰਦਗੀ ਸੁਖਾਲੇ ਢੰਗ ਨਾਲ ਜੀ ਸਕਣ। ਦੂਸਰੀ ਜਿਹੜੀ ਗੱਲ ਕਹੀ ਹੈਗੀ ਆ ਮੇਰੇ ਦੋਸਤ ਕਾਲੜਾ ਸਾਹਿਬ ਨੇ, ਉਹਦੇ ਵਿੱਚ ਜਿਹੜਾ 9,000 ਕਰੋੜ ਰੁਪਏ ਦਾ ਗਵਰਨਮੈਂਟ ਨੇ MSME ਸੈਕਟਰ ਜਿਹੜਾ ਹੈਗਾ ਉਹਦੇ ਵਾਸਤੇ ਜਿਹੜਾ ਰੱਖਿਆ ਹੈਗਾ ਆ, ਉਹ ਇਸੇ ਕਰਕੇ ਰੱਖਿਆ ਵੀ ਆਮ ਤੌਰ ਤੇ ਕਿਸੇ ਵੀ ਯੰਗ ਬੱਚੇ ਨੇ, ਸਟਾਰਟਅਪ ਨੇ, ਕਿਸੇ ਨੇ ਕੋਈ ਆਪਣਾ ਕਾਰੋਬਾਰ ਕਰਨਾ, ਉਹ ਬੈਂਕਾਂ 'ਚ ਜਾਂਦਾ ਤਾਂ ਬੈਂਕਾਂ ਦੇ ਅਫਸਰ ਨਖਰੇ ਕਰਦੇ ਆ, ਉਹਨਾਂ ਨੂੰ 36 ਫਾਰਮੈਲਿਟੀਆਂ ਦੱਸਦੇ ਵੀ ਲੋਨ ਤਾਂ ਦੇਣਾ। ਗਵਰਨਮੈਂਟ ਇਹ ਕਹਿੰਦੀ ਆ ਵੀ ਜਿਹੜਾ ਯੰਗ ਬੱਚਾ ਆ ਰਿਹਾ, ਜਿਹੜਾ ਕੋਈ ਨਵਾਂ ਬੰਦਾ, ਉਹਨੂੰ ਲੋਨ ਦਿਓ ਜਿੰਨਾ ਚਾਹੀਦਾ। ਜੇ ਉਹਦਾ ਲੋਨ ਨਹੀਂ ਵੀ ਵਾਪਸ ਹੋਊਗਾ, ਗਵਰਨਮੈਂਟ ਨੇ ਗਰੰਟੀ ਚੱਕੀ, ਬੈਂਕਾਂ ਨੂੰ ਘਾਟਾ ਨਹੀਂ ਪਊਗਾ। ਇਹ ਇੱਕ 9,000 ਕਰੋੜ ਰੁਪਈਆ ਉਹਨਾਂ ਨੇ ਇਹ ਦੱਸਿਆ ਸੀਗਾ। ਤੀਸਰੀ ਜਿਹੜੀ ਗੱਲ ਕੀਤੀ ਸੀ ਮੇਰੇ ਦੋਸਤ ਖੁਰਾਨਾ ਸਾਹਿਬ ਨੇ, ਟੂਰਿਜ਼ਮ ਦੀ। ਟੂਰਿਜ਼ਮ ਦੇ ਵਿੱਚ ਬੇਸਿਕ ਉਹਨਾਂ ਦਾ ਥੀਮ ਕੀ ਸੀਗਾ? ਆਪਣਾ ਦੇਸ਼ ਦੇਖੋ, ਆਪਣਾ ਦੇਸ਼ ਦੇਖੋ, ਲੋਕਾਂ ਨੂੰ ਦਿਖਾਓ। ਉਹਦਾ ਮੇਨ ਮਕਸਦ ਸੀਗਾ ਇੱਕ ਤਾਂ ਐਮਪਲੋਇਮੈਂਟ ਜਨਰੇਟ ਕਰਨੀ ਆ, ਦੂਸਰਾ ਉਹਦੇ ਨਾਲ ਕੀ ਸੀਗਾ ਫੋਰਨ ਦੇ ਲੋਕ ਵੀ ਆ ਕੇ ਦੇਖਣ। ਉਹਦੇ ਵਾਸਤੇ ਗਵਰਨਮੈਂਟ ਨੇ 50 ਸਟੇਸ਼ਨ ਜਿਹੜਾ ਹੈਗਾ ਆ ਟੂਰਿੰਗ ਪੁਆਇੰਟ ਇਨ ਵਨ ਸ਼ਾਟ ਉਹਨਾਂ ਨੇ ਸਿਲੈਕਟ ਕਰਕੇ ਉਹਨਾਂ ਨੂੰ ਫੁੱਲ ਪੈਕੇਜ ਟੂਰਿਜ਼ਮ ਸਟੇਸ਼ਨ ਦੇ ਤੌਰ ਤੇ ਡਿਵੈਲਪ ਕਰਨਾ ਆ। ਫਿਰ ਉਹਦੀ ਐਡਵਰਟਾਈਜ਼ਮੈਂਟ ਫੋਰਨ ਦੇ ਵਿੱਚ ਵੀ ਜਾਣੀ ਹੈ ਤਾਂ ਕਿ ਫੋਰਨ ਦੇ ਲੋਕਾਂ ਸਾਡਾ ਫੋਰਨ ਕਰੰਸੀ ਦਾ ਰਿਜ਼ਰਵ ਵੀ ਵਧੇ। ਔਰ ਇੱਕ ਗੱਲ ਮੇਰੇ ਦੋਸਤ ਸਰਵੇਸ਼ ਸ਼ਰਮਾ ਜੀ ਨੇ ਕੀਤੀ ਸੀਗੀ, ਐਜੂਕੇਸ਼ਨ ਸੈਕਟਰ ਜਿਹੜਾ ਕਿ ਬਹੁਤ ਹੀ ਇੰਪੋਰਟੈਂਟ ਐਜੂਕੇਸ਼ਨ ਸੈਕਟਰ ਹੈ। ਇਹਦੇ ਵਿੱਚ ਆਮ ਆਦਮੀ ਦੇ ਉਮੀਦਾਂ ਸੀਗੀਆਂ, ਉਹਨਾਂ ਨੇ ਜਿਹੜਾ ਟਰਾਈਬਲਸ ਹੈਗੇ, ਜਨਜਾਤੀ ਲੋਕ ਹੈਗੇ, ਉਹਨਾਂ ਵਾਸਤੇ ਬਿਲਕੁਲ ਠੀਕ ਹੈ। 740 ਸਕੂਲਾਂ ਨੂੰ ਉਹਨਾਂ ਨੇ ਬੂਸਟ ਅਪ ਕਰਨ ਲਈ ਪੈਕੇਜ ਦੇ ਦਿੱਤਾ। ਉਹ ਕਾਫੀ ਬੱਚਾ ਉੱਥੋਂ ਜਿਹੜਾ ਆ ਜਿਹਨਾਂ ਨੂੰ ਐਜੂਕੇਸ਼ਨ ਤੋਂ ਉਹ ਵਾਂਝੇ ਰਹਿ ਗਏ ਸੀਗੇ, ਉਹਨਾਂ ਨੂੰ ਮਿਲੇਗੀ। ਇਸ ਤੋਂ ਇਲਾਵਾ ਉਹਨਾਂ ਨੇ ਨਰਸਿੰਗ ਕਾਲਜਸ ਦਾ ਵੀ ਕਰ ਦਿੱਤਾ ਹੈਗਾ ਵੀ ਚਲੋ 700 ਸਮਥਿੰਗ ਨਰਸਿੰਗ ਕਾਲਜ ਖੋਲ੍ਹੇ ਨੇ, ਠੀਕ ਹੈ। ਲੇਕਿਨ ਉਸ ਤੋਂ ਇਲਾਵਾ ਬਹੁਤ ਸਾਰਾ ਹਾਇਰ ਐਜੂਕੇਸ਼ਨ ਦਾ ਫੀਲਡ, ਸਕੂਲਾਂ ਦਾ ਫੀਲਡ ਜੋ ਦਸ਼ਾ ਹੈ, ਉਹਦੇ ਵਾਸਤੇ ਵੀ ਗਵਰਨਮੈਂਟ ਨੂੰ ਬਜਟ ਐਲੋਕੇਟ ਕਰਨਾ ਚਾਹੀਦਾ ਸੀਗਾ। ਔਰ ਇਹਦੇ ਨਾਲ ਨਾਲ ਅਸੀਂ ਤਾਂ ਇਹ ਵੀ ਇੱਕ ਪ੍ਰਪੋਜ਼ਲ ਗਵਰਨਮੈਂਟ ਨੂੰ ਭੇਜੀ ਸੀਗੀ ਵੀ ਅਪ ਟੂ ਗ੍ਰੈਜੂਏਸ਼ਨ ਲੈਵਲ ਐਜੂਕੇਸ਼ਨ ਹਰ ਬੰਦੇ ਵਾਸਤੇ ਕੰਪਲਸਰੀ ਹੋ ਜਾਣੀ ਚਾਹੀਦੀ ਆ, ਔਰ ਜਿਹੜਾ ਨਹੀਂ ਅਫੋਰਡ ਕਰਦਾ ਉਹਨੂੰ ਫ੍ਰੀ ਆਫ ਕਾਸਟ ਐਜੂਕੇਸ਼ਨ ਦਿੱਤੀ ਜਾਵੇ। ਸੋ ਇਹ ਜਿਹੜਾ ਹੈਗਾ ਆ, ਇਹ ਤਾਂ ਉਹ ਪੁਆਇੰਟ ਸੀ ਜਿਹੜੇ ਮੇਰੇ ਸਾਥੀਆਂ ਨੇ ਚੱਕੇ ਸੀਗੇ। ਇੱਕ ਇਹਦੇ ਸਭ ਤੋਂ ਜਿਹੜਾ ਇੰਪੋਰਟੈਂਟ ਪੁਆਇੰਟ ਜਿਹੜਾ ਰਹਿ ਗਿਆ ਸੀਗਾ, ਕਿਉਂਕਿ ਸਾਡਾ ਜਿਹੜਾ ਦੇਸ਼ ਹੈਗਾ ਆ ਉਹ ਐਗਰੀਕਲਚਰ ਪ੍ਰਧਾਨ ਦੇਸ਼ ਆ। ਫਾਰਮਿੰਗ ਸੈਕਟਰ ਜਿਹੜਾ ਹੈਗਾ ਆ ਉਹਦੇ ਉੱਪਰ ਸਾਡੀ ਇਕਨੋਮੀ ਖੜੀ ਹੈ। ਫਾਰਮਿੰਗ ਸੈਕਟਰ ਨੂੰ ਬੂਸਟ ਕਰਨ ਵਾਸਤੇ ਔਰ ਉਧਰੋਂ ਜਿੰਨੀਆਂ ਲੋਕਾਂ ਨੂੰ ਪੈਸਟੀਸਾਈਡਸ ਦੇ ਕਰਕੇ ਬਿਮਾਰੀਆਂ ਲੱਗ ਰਹੀਆਂ ਆ, ਉਤੋਂ ਬਚਾਉਣ ਵਾਸਤੇ ਗਵਰਨਮੈਂਟ ਨੇ ਇੱਕ ਬਹੁਤ ਹੀ ਵਧੀਆ ਸਟੈਪ ਚੁੱਕਿਆ ਵੀ 1 ਕਰੋੜ ਪਹਿਲੇ ਸਾਲ ਦੇ ਵਿੱਚ 1 ਕਰੋੜ ਫਾਰਮਰ ਨੂੰ ਨਾਲੇ ਤਾਂ ਟ੍ਰੇਨਿੰਗ ਦਿੱਤੀ ਜਾਊਗੀ, ਨਾਲੇ ਉਹਨਾਂ ਨੂੰ ਫਾਈਨੈਂਸ਼ੀਅਲ ਹੈਲਪ ਦਿੱਤੀ ਜਾਊਗੀ ਤਾਂ ਕਿ ਉਹ ਨੈਚੁਰਲ ਫਾਰਮਿੰਗ ਕਰਨ, ਬਿਨਾਂ ਦਵਾਈਆਂ ਛਿੜਕੇ, ਬਿਨਾਂ ਪੈਸਟੀਸਾਈਡਸ ਯੂਜ਼ ਕੀਤੇ, ਯੂ ਕੈਨ ਸੇ ਕਿ ਆਰਗੈਨਿਕ ਖੇਤੀ ਕਰਨ। ਉਹਦੇ ਨਾਲ ਡਬਲ ਫਾਇਦਾ ਹੋਏਗਾ। ਇੱਕ ਤਾਂ ਜ਼ਿਮੀਂਦਾਰ ਦੀ ਆਮਦਨ ਜਿਹੜੀ ਹੈਗੀ ਆ ਉਹ 2-3 ਗੁਣਾ ਵੱਧ ਜਾਏਗੀ, ਦੂਸਰਾ ਲੋਕਾਂ ਨੂੰ ਹੈਲਦੀ ਚੀਜ਼ਾਂ ਮਿਲਣਗੀਆਂ। ਸੋ ਮੇਰਾ ਮਤਲਬ ਇਹ ਆਏ ਮੰਨਣਾ ਆ ਵੀ ਅਗਰ ਸਾਡੀ ਗਵਰਨਮੈਂਟ ਸੀਨੀਅਰ ਸਿਟੀਜ਼ਨਸ ਨੂੰ ਸੋਸ਼ਲ ਸਿਕਿਉਰਿਟੀ ਦੇ ਦੇਵੇ, ਜਿਹਦੇ ਮੈਡੀਕਲ ਫ੍ਰੀ ਦੇਵੇ ਔਰ ਉਹਨਾਂ ਨੂੰ ਜਿਹੜਾ ਰੇਟ ਆਫ ਇੰਟਰਸਟ ਮਤਲਬ ਅੱਛਾ ਦੇਵੇ, ਪਲੱਸ ਨਹੀਂ ਤਾਂ ਉਹਨਾਂ ਨੂੰ ਮਿਨੀਮਮ ਕੋਈ ਰਿਸਪੈਕਟੇਬਲ ਪੈਨਸ਼ਨ ਦੀ ਫਿਗਰ ਦੇਵੇ, ਤਾਂ ਮੈਂ ਸਮਝਦਾ ਹਾਂ ਇਹ ਫਿਰ ਬਜਟ ਬਹੁਤ ਅੱਛਾ। ਪਰ ਇਹ ਕਮੀਆਂ ਨੂੰ ਵੀ ਅਸੀਂ ਤੁਹਾਡੇ ਚੈਨਲ ਰਾਹੀਂ, ਮੀਡੀਆ ਰਾਹੀਂ ਹੀ ਉੱਪਰ ਪਹੁੰਚਾ ਸਕਦੇ ਹਾਂ। ਵਰਮਾ ਜੀ, ਜਦੋਂ ਵੀ ਦੇਖਿਆ ਜਾਂਦਾ ਹੈ ਉਦੋਂ ਇਹ ਦੇਖਿਆ ਜਾਂਦਾ, ਮੈਂ ਸਾਰੇ ਸਾਥੀਆਂ ਤੋਂ ਇਹ ਗੱਲ ਪੁੱਛਣਾ ਚਾਹੁੰਦਾ ਕਿ ਜਦੋਂ ਵੀ ਕੋਈ ਵੀ ਗਵਰਨਮੈਂਟ ਜਾਂ ਕੋਈ ਇਲੈਕਸ਼ਨ ਆਉਂਦਾ ਹੈ,
ਮੈਨੀਫੈਸਟੋ ਦੇ ਵਿੱਚ ਕਈ ਤਰ੍ਹਾਂ ਦੇ ਵਾਅਦੇ ਕੀਤੇ ਜਾਂਦੇ ਨੇ। ਜਿੱਦਾਂ ਹੁਣ ਤੁਸੀਂ ਰੀਸੈਂਟ ਇਲੈਕਸ਼ਨ ਦੇਖਿਆ ਹੈ, ਕੋਈ ਪਾਰਟੀ ਕਹਿ ਰਹੀ ਹੈ ਕਿ ਅਸੀਂ ਔਰਤਾਂ ਨੂੰ 1000 ਰੁਪਇਆ ਮਹੀਨਾ ਜਿਹੜਾ ਦੇਵਾਂਗੇ, ਮਤਲਬ ਇਸ ਤਰ੍ਹਾਂ ਦੀ ਗੱਲਾਂ ਕਰਦੇ ਨੇ। ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਪਾਰਟੀ ਨੇ ਇਹ ਗੱਲ ਕਹੀ ਹੋਵੇ ਕਿ ਜਿਹੜੀ ਬਜ਼ੁਰਗਾਂ ਨੂੰ ਪੈਨਸ਼ਨ ਆਲਰੇਡੀ ਮਿਲ ਰਹੀ ਹੈ, ਜਿਹੜੇ ਸਾਰੇ ਬਜ਼ੁਰਗ ਨੇ, ਮੈਂ ਇਹ ਨਹੀਂ ਕਹਿੰਦਾ ਕਿ ਉਹਦੇ 'ਚ ਕੋਈ ਗਵਰਨਮੈਂਟ ਸਰਵਿਸ ਕਰਦਾ ਜਾਂ ਨਹੀਂ ਕਰਦਾ, ਲੇਕਿਨ ਜਿਹੜੀ ਪੈਨਸ਼ਨ ਉਹਨਾਂ ਨੂੰ ਮਿਲ ਰਹੀ ਹੈ ਨਾ, ਉਹ ਵੀ ਬਹੁਤ ਧੱਕੇ ਖਾਣ ਤੋਂ ਬਾਅਦ ਮਿਲ ਰਹੀ ਹੈ। ਤੇ ਜੇ ਜ਼ਿਕਰ ਉਹਦਾ ਇਹ ਹੁੰਦਾ ਹੈ, ਜ਼ਿਕਰ ਜਿਹੜਾ ਉਹ ਉਸ ਵੇਲੇ ਇਹ ਕੀਤਾ ਜਾਂਦਾ ਹੈ ਮੈਨੀਫੈਸਟੋ ਦੇ ਵਿੱਚ ਵੀ, ਔਰ ਪ੍ਰਚਾਰ ਉਹਦਾ ਇੱਦਾਂ ਕੀਤਾ ਜਾਂਦਾ ਕਿ ਜਿੱਦਾਂ ਬਿਲਕੁਲ ਈਜ਼ੀਲੀ ਉਹਨਾਂ ਦੇ ਘਰ ਪਹੁੰਚ ਰਹੀ ਹੁੰਦੀ ਹੈ। ਠੀਕ ਹੈ ਨਾ, ਇਹ ਇੰਨਾ ਈਜ਼ੀ ਨਹੀਂ ਹੈ। ਇਹ ਜਦੋਂ ਵੀ ਕੋਈ ਸਰਕਾਰ ਸੱਤਾ ਦੇ ਵਿੱਚ ਆ ਜਾਂਦੀ ਹੈ ਔਰ ਬਜਟ ਪੇਸ਼ ਕੀਤਾ ਜਾਂਦਾ ਹੈ, ਕੋਈ ਵੀ ਸਰਕਾਰ ਇਹ ਕਿਉਂ ਨਹੀਂ ਕਹਿੰਦੀ ਕਿ ਹਰ ਬਜ਼ੁਰਗ ਦੇ ਅਸੀਂ ਜਿਹੜੀ ਪੈਨਸ਼ਨ ਹੈ ਉਹ ਬਿਲਕੁਲ ਈਜ਼ੀਲੀ ਪਹੁੰਚਦੀ ਕਰਾਂਗੇ। ਰਾਣਾ ਜੀ ਬਿਲਕੁਲ ਇਹ ਜਿਹੜਾ ਇਹ ਸਹੀ ਸਵਾਲ ਆ ਜਿਹੜਾ ਕਿ ਪਬਲਿਕ ਕੰਸਰਨਡ ਆ, ਕਿਉਂਕਿ ਜਿਹੜੇ ਸੀਨੀਅਰ ਸਿਟੀਜ਼ਨ 60 ਸਾਲ ਤੋਂ ਬਾਅਦ ਦੀ ਉਮਰ ਵਾਲੇ ਲੋਕ ਆ, ਉਹ ਲਗਭਗ ਸਾਡੀ ਦੇਸ਼ ਦੀ ਆਬਾਦੀ ਦਾ 30% ਦੇ ਕਰੀਬ ਉਹ ਬਣ ਜਾਂਦਾ ਹਿੱਸਾ ਨਹੀਂ ਹਿੱਸਾ ਆ, ਔਰ ਇੱਕ ਮੇਜਰ ਪੋਰਸ਼ਨ ਆ ਜਿਨ੍ਹਾਂ ਨੇ ਕਿ ਆਪਣੀ ਸਾਰੀ ਜਵਾਨੀ ਸਾਰੀ ਜ਼ਿੰਦਗੀ ਇਸ ਦੇਸ਼ ਵਾਸਤੇ ਦਿੱਤੀ। ਹੁਣ ਉਹਦੇ ਜਿਹੜਾ ਗਵਰਨਮੈਂਟ ਸੈਕਟਰ ਤੋਂ ਰਿਟਾਇਰ ਹੋਇਆ ਉਹਨੂੰ ਪੈਨਸ਼ਨ ਲੈਣ 'ਚ ਕੋਈ ਪ੍ਰੋਬਲਮ ਨਹੀਂ ਆ। ਜਿਹੜੀਆਂ ਸਰਕਾਰਾਂ ਪ੍ਰਚਾਰ ਕਰਦੀਆਂ, ਚਾਹੇ ਰਾਜ ਸਰਕਾਰਾਂ ਚਾਹੇ ਕੇਂਦਰ ਸਰਕਾਰ, ਇਹ ਐਵਰੇਜ ਪੈਨਸ਼ਨ 1500 2000 ਤੋਂ ਵੱਧ ਨਹੀਂ ਹੈਗੀ, ਜਿਹੜੀ ਕਿ ਦੱਸਦਿਆਂ ਹੀ ਸ਼ਰਮ ਆਉਂਦੀ ਆ। 1500 2000 ਵੀ ਜਿਹੜੀ ਪੈਨਸ਼ਨ ਹੈਗੀ ਆ ਉਹ ਨੋ ਡਾਊਟ ਬੈਂਕਾਂ 'ਚ ਜਾਂਦੀ, ਪਰ ਉਹਦੇ ਉੱਪਰ ਵੀ ਲਿਮਿਟ ਇਹ ਹੁੰਦੀ ਆ ਵੀ ਤੁਹਾਡੀ ਹੋਰ ਕੋਈ ਆਮਦਨ ਨਹੀਂ ਹੋਣੀ ਚਾਹੀਦੀ। ਇਹ ਲੇਕਿਨ ਇਹਨਾਂ ਨੂੰ ਰਿਸਪੈਕਟੇਬਲ ਫਿਗਰ ਦੇਣੀ ਚਾਹੀਦੀ ਆ। ਉਹ 15-15 20-20 ਰੁਪਈਆ ਬਜ਼ੁਰਗਾਂ ਦੀ ਲਾਈਫ 60 ਸਾਲ ਤੋਂ ਬਾਅਦ ਕਿੰਨੀ ਹੁੰਦੀ ਆ? ਐਵਰੇਜ ਲਾਈਫ ਸਾਡੇ ਦੇਸ਼ ਦੀ ਜਿਹੜੀ ਹੈਗੀ 70-72 ਸਾਲ ਆ, ਸੋ 12-13 ਸਾਲ ਦੀ ਸਾਰੀ ਲਾਈਫ ਹੁੰਦੀ ਆ। ਅਗਰ ਉਹਨਾਂ ਨੂੰ ਇਹ ਪੈਨਸ਼ਨ ਦੇ ਵੀ ਦੇਣਗੇ ਤਾਂ ਹੋਰ ਜਿਹੜੇ ਪਾਸੇ ਮਰਜ਼ੀ ਪਾਸਿਓਂ ਟੈਕਸ ਲੈ ਲਓ ਤਾਂ ਇਹਨਾਂ ਨਾਲ ਕੋਈ ਇੱਦਾਂ ਫਰਕ ਨਹੀਂ ਪਏਗਾ। ਲੇਕਿਨ ਬਜ਼ੁਰਗ ਸ਼ਾਨਦਾਰ ਜ਼ਿੰਦਗੀ ਆਪਣੀ ਉਹ ਜੀ ਸਕਣਗੇ। ਇਹ ਇੱਕ ਬਹੁਤ ਵੱਡਾ ਪੁਆਇੰਟ ਆ ਜਿਹੜਾ ਕਿ ਸਰਕਾਰ ਦੇ ਕੰਨਾਂ ਤੱਕ ਪਹੁੰਚਣਾ ਬਹੁਤ ਜ਼ਰੂਰੀ ਆ। ਮੈਂ ਇਹਦੇ ਨਾਲ ਇੱਕ ਪੁਆਇੰਟ ਜਿਹੜਾ ਹੋਰ ਬਹੁਤ ਜ਼ਰੂਰੀ ਰਹਿ ਗਿਆ ਸੀਗਾ ਸਾਡੇ, ਬਾਕੀ ਮੇਰੇ ਸਾਥੀ ਵੀ ਦੱਸਣਗੇ, ਸਾਡੇ ਸੀਵਰੇਜ ਮੈਨ ਦਾ ਜਿਹੜਾ ਕੰਮ ਹੈ, ਸੀਵਰੇਜ ਮੈਨ ਦਾ ਜਿਹੜਾ ਕੰਮ ਹੈ ਉਹ ਮੋਸਟ ਆਫ ਦੀ ਜਿਹੜੇ ਸੀਵਰੇਜ ਮੈਨ ਆ ਸਾਡੇ ਦਲਿਤ ਸਮਾਜ ਦੇ ਵਿੱਚੋਂ ਆ ਰਹੇ, ਔਰ ਉਹ ਲੋਕ ਇੰਨਾ ਮਿਹਨਤ ਕਰਦੇ ਆ, ਇੰਨੀ ਉਹਨਾਂ ਦੀ ਹਾਰਡ ਲਾਈਫ ਆ। ਜਦੋਂ ਅਸੀਂ ਦੇਖਦੇ ਮੇਨ ਹੋਲ ਦੇ ਵਿੱਚ ਵੜ ਕੇ ਸੀਵਰੇਜ ਸਾਫ਼ ਕਰਦੇ ਆ, ਇਹ ਪਹਿਲੀ ਵਾਰੀ ਕਿਸੇ ਗਵਰਨਮੈਂਟ ਨੇ ਮਾਨਵੀ ਆਧਾਰ ਦੇ ਉੱਪਰ ਇਹ ਸਟੈਪ ਚੁੱਕਿਆ ਆ। ਉਹਨੇ ਕਿਹਾ ਵੀ ਨਹੀਂ, ਅੱਜ ਤੋਂ ਬਾਅਦ 100%, 99% ਨਹੀਂ 100% ਸਾਰੇ ਸ਼ਹਿਰਾਂ ਦੇ ਵਿੱਚ, ਸਾਰੇ ਮਤਲਬ ਇਲਾਕਿਆਂ ਦੇ ਵਿੱਚ ਜਿੱਥੇ ਵੀ ਸੀਵਰੇਜ ਦੀ ਸਫਾਈ ਹੋਣੀ ਆ, ਕੋਈ ਵੀ ਬੰਦਾ ਜਿਹੜਾ ਹੈਗਾ ਸੀਵਰੇਜ ਮੈਨ ਸੀਵਰ ਦੇ ਵਿੱਚ ਨਹੀਂ ਵੜੇਗਾ। ਉਹ ਸਾਰੀ ਜਗ੍ਹਾ ਮੇਨ ਹੋਲ ਦੇ ਵਿੱਚ ਸੀਵਰੇਜ ਦੀਆਂ ਮਸ਼ੀਨਾਂ ਦਿੱਤੀਆਂ ਜਾਣਗੀਆਂ, ਉਹਦੇ ਨਾਲ ਸਫਾਈ ਕਰਨਗੀਆਂ, ਜਿਹਦੇ ਨਾਲ ਕਿ ਸਾਡੇ ਸੀਵਰੇਜ ਮੈਨ ਜਿਹੜੇ ਅਕਸਰ ਐਕਸੀਡੈਂਟ ਹੁੰਦੇ ਆ, ਉਹ ਉਹਨਾਂ ਨੂੰ ਇੱਥੋਂ ਇਸ ਸੰਸਾਰ 'ਚੋਂ ਵਿਛੋੜਾ ਦੇ ਕੇ ਚਲੇ ਜਾਂਦੇ ਆ, ਉਹਨਾਂ ਦੇ ਪਰਿਵਾਰ ਰੁਲ ਜਾਂਦੇ। ਮੈਂ ਸਮਝਦਾ ਇਸ ਗੌਰਮੈਂਟ ਨੇ ਇਹ ਜਿਹੜਾ ਬਜਟ ਦਿੱਤਾ ਨਿਰਮਲਾ ਸੀਤਾਰਮਨ ਜੀ ਨੇ, ਇਹ ਮਾਨਵੀ ਆਧਾਰ ਦੇ ਉੱਪਰ ਬਹੁਤ ਹੀ ਸ਼ਲਾਘਾਯੋਗ ਉਹਨਾਂ ਨੇ ਕਦਮ ਚੁੱਕਿਆ। ਹੁਣ ਮੇਰੇ ਬਾਕੀ ਸਾਥੀ ਵੀ। ਕੱਕੜ ਸਾਹਿਬ, ਤੁਸੀਂ ਗੱਲ ਸੀਨੀਅਰ ਸਿਟੀਜ਼ਨ ਦੀ ਹੀ ਹੋ ਰਹੀ ਸੀਗੀ, ਕਿਉਂਕਿ ਤੁਸੀਂ ਸਭ ਤੋਂ ਪਹਿਲਾ ਮੁੱਦਾ ਜਿਹੜਾ ਹੈ ਉਹ ਸੀਨੀਅਰ ਸਿਟੀਜ਼ਨ ਦਾ ਚੁੱਕਿਆ ਸੀਗਾ। ਜੀ ਸਰ, ਜੀ। ਮੈਂ ਬਸ ਤੁਹਾਡੇ ਕੋਲ ਇਹੀ ਕਲੀਅਰਟੀ ਚਾਹੁੰਦਾ, ਮੈਂ ਤਾਂ ਨਹੀਂ ਚਾਹੁੰਦਾ ਖੈਰ, ਲੇਕਿਨ ਹਰ ਉਹ ਬਜ਼ੁਰਗ ਚਾਹੁੰਦਾ ਹੈ ਜਿਹੜਾ ਘਰ ਬੈਠਾ ਹੈ, ਉਹਨੂੰ ਕਿਸੇ ਤਰ੍ਹਾਂ ਦੀ ਕੋਈ ਪੈਨਸ਼ਨ ਨਹੀਂ ਆਉਂਦੀ, ਕੋਈ ਸਰਕਾਰੀ ਪੈਨਸ਼ਨ ਨਹੀਂ ਆਉਂਦੀ। ਜਿਹੜੀ ਅਨਾਊਂਸ ਕੀਤੀਆਂ ਹੋਈਆਂ ਪੈਨਸ਼ਨਸ ਹੈ ਉਹਦੇ ਵਾਸਤੇ ਵੀ ਉਹ ਲੈਣ ਜਿਹੜਾ ਆ ਉਹ ਨਹੀਂ ਜਾ ਸਕਦਾ, ਕਿਉਂਕਿ ਉਹ ਇਸ ਹਾਲਤ 'ਚ ਨਹੀਂ ਹੈ। ਤੇ ਕੀ ਸਰਕਾਰਾਂ ਨੇ ਅੱਜ ਤੱਕ, ਕਿਉਂਕਿ 9 ਸਾਲ ਤਾਂ ਤਕਰੀਬਨ ਮੋਦੀ ਸਰਕਾਰ ਨੂੰ ਵੀ ਹੋ ਗਿਆ, ਮੈਂ ਸਟੇਟ ਗਵਰਨਮੈਂਟਸ ਦੀ ਵੀ ਗੱਲ ਕਰ ਰਿਹਾ ਤੇ ਸੈਂਟਰ ਗਵਰਨਮੈਂਟ ਦੀ ਵੀ ਗੱਲ ਕਰ ਰਿਹਾ, ਕਿਸੇ ਵੀ ਸਰਕਾਰ ਨੇ ਅਜਿਹੀ ਕੋਈ ਪਾਲਿਸੀ ਬਣਾਈ ਹੈ ਕਿ ਉਹ ਪੈਨਸ਼ਨ ਜਿਹੜੀ ਹੈ ਉਸ ਵਿਅਕਤੀ ਨੂੰ, ਉਸ ਬਜ਼ੁਰਗ ਨੂੰ ਈਜ਼ੀਲੀ ਰਿਸੀਵ ਹੋਵੇ? ਕਿਉਂਕਿ ਗਵਰਨਮੈਂਟ ਖਾਤਿਆਂ ਦੇ ਵਿੱਚ ਪੈਸੇ ਪਾ ਰਹੀ ਹੈ ਤੇ ਜ਼ਾਹਿਰ ਹੈ ਕਿ ਜੇ ਉਹ ਇਨਸਾਨ ਆਪਣੀ 60 ਸਾਲ ਤੱਕ ਕੰਮ ਕਰਦਾ ਰਿਹਾ ਹੈ, 60 ਸਾਲ ਦੀ ਉਮਰ ਤੱਕ ਪ੍ਰਾਈਵੇਟ ਸੈਕਟਰ ਦੇ ਵਿੱਚ ਤਾਂ 65 70 ਸਾਲ ਦੀ ਉਮਰ ਤੱਕ ਵੀ ਕੰਮ ਕਰ ਰਹੇ ਆ, ਤੇ ਉਹਦੇ ਕੋਲ ਅਕਾਊਂਟ ਤੇ ਹੋਏਗਾ ਹੀ ਨਾ। ਤੇ ਕਿਉਂ ਨਹੀਂ ਸਰਕਾਰ ਉਹਨੂੰ ਘਰ ਤੱਕ ਪਹੁੰਚਦਾ ਕਰਦੀ? ਸਰ, ਮੇਰਾ ਖਿਆਲ ਹੈ ਕਿ ਆਪਾਂ ਇੱਥੇ ਥੋੜ੍ਹੀ ਜਿਹੀ ਗਲਤੀ ਕਰ ਰਹੇ ਆ। ਜੋ ਵੀ ਪੈਨਸ਼ਨ ਦੀ ਰਕਮ ਹੈ ਉਹ ਸਾਰੀ ਦੀ ਸਾਰੀ ਅਕਾਊਂਟਾਂ ਦੇ ਵਿੱਚ ਹੀ ਆ ਰਹੀ ਹੈ। ਮੈਨੂੰ ਯਾਦ ਹੈ 2000 ਸਨ ਤੱਕ ਜਿਹੜੀ ਪੈਨਸ਼ਨ ਸੀ ਇਹ ਬਾਏ ਕੈਸ਼ ਦਿੱਤੀ ਜਾਂਦੀ ਸੀ, ਬਟ ਨਾਓ ਇਹ ਚੀਜ਼ ਨਹੀਂ ਰਹਿ ਗਈ। ਮੈਂ ਬਿਲਕੁਲ ਇਹ ਗੱਲ ਤੁਹਾਡੀ ਨਾਲ ਸਹਿਮਤ ਹਾਂ ਕਿ ਸਭ ਕੁਝ ਬੈਂਕ ਦੇ ਵਿੱਚ ਹੀ ਆ ਰਿਹਾ, ਲੇਕਿਨ ਉਹ ਬਜ਼ੁਰਗ ਨੂੰ 3 ਵਾਰੀ ਜਾ ਕੇ ਪੁੱਛਣਾ ਪੈਂਦਾ, ਆ ਗਈ ਕਿ ਨਹੀਂ ਆ ਗਈ, ਆ ਗਈ ਕਿ ਨਹੀਂ ਆ ਗਈ। ਹਾਂਜੀ,
ਜੀ ਜੀ ਪੁੱਛਣਾ ਨਹੀਂ ਪੈਂਦਾ ਹੈਗਾ, ਉਹ ਉਹਨਾਂ ਨੂੰ ਆਦਤ ਬਣੀ ਹੋਈ ਹੈ। ਐਕਚੁਅਲੀ ਪੈਸੇ ਉਹਨਾਂ ਦੇ ਖਾਤੇ 'ਚ ਆ ਜਾਂਦੇ ਆ ਜੀ, ਸਰ ਜੀ। ਐਕਚੁਅਲੀ ਪੈਸੇ ਉਹਨਾਂ ਦੇ ਖਾਤੇ 'ਚ ਆਪਣੇ ਆਪ ਮੈਂ ਨਾ ਟ੍ਰਾਂਸਫਰ ਹੋ ਰਹੇ ਆ। ਕਿਸੇ ਹੋਰ ਮੁੱਦੇ ਵੱਲ ਥੋੜਾ ਧਿਆਨ ਤੁਹਾਡਾ ਦਿਵਾਉਣਾ ਚਾਹਾਂਗਾ। ਹਾਂ ਜੀ ਜੀ। ਅਸੀਂ ਲੋਕ ਇਹ ਸੋਚਦੇ ਹਾਂ ਕਿ ਜਿਹੜਾ ਬਜ਼ੁਰਗ ਆਦਮੀ 60 ਤੋਂ ਬਾਅਦ ਜਿਹਦੇ ਕੋਲ ਪੈਨਸ਼ਨ ਦੀ ਆਮਦਨ ਨਹੀਂ ਹੈ ਉਹ ਸ਼ਾਇਦ ਭੁੱਖਾ ਮਰ ਰਿਹਾ, ਬਟ ਮੈਂ ਤੁਹਾਨੂੰ ਇਹਦੇ 'ਚ ਥੋੜ੍ਹੀ ਜਿਹੀ ਕਰੈਕਸ਼ਨ ਕਰਨਾ ਚਾਹਾਂਗਾ ਕਿ ਸਰਕਾਰ ਨੇ ਇੱਕ ਸੈਕਸ਼ਨ 80C ਬਣਾਇਆ ਜਿਹੜਾ ਕਿ ਟਾਈਮ ਮੈਮੋਰੀਅਲ ਚੱਲ ਰਿਹਾ ਜੀ। ਇਹਦਾ ਨਾਮ ਪਹਿਲੇ ਸੈਕਸ਼ਨ 88 ਹੁੰਦਾ ਸੀ, ਫਿਰ 80C ਹੋ ਗਿਆ। ਇਹ ਸੈਕਸ਼ਨ ਸੇਵਿੰਗ ਦਾ ਹੈ, ਜਿਹਦੇ ਵਿੱਚ ਕਿ ਕੋਈ ਵੀ ਬੰਦਾ ਆਪਣੀ ਆਮਦਨ ਦੇ ਵਿੱਚੋਂ, ਚਾਹੇ ਉਹ ਸੈਲਰੀਡ ਪਰਸਨ ਹੋਵੇ ਤੇ ਚਾਹੇ ਉਹ ਨੌਨ ਸੈਲਰੀਡ ਪਰਸਨ ਹੋਵੇ, ਬਿਜ਼ਨਸਮੈਨ ਹੋਵੇ ਜਾਂ ਕਿਸੇ ਤਰ੍ਹਾਂ ਦੀ ਹੋਰ ਆਮਦਨ ਲੈ ਰਿਹਾ, ਉਹ ਪਰਸਨ ਆਪਣੀ ਆਮਦਨ ਦੇ ਵਿੱਚੋਂ, ਅੱਜ ਦੀ ਡੇਟ ਦੇ ਵਿੱਚ ਇਹ ਅਮਾਊਂਟ 1.5 ਲੱਖ ਹੈ, ਕਿਸੇ ਟਾਈਮ ਇਹ 25-30 ਹਜ਼ਾਰ ਵੀ ਹੁੰਦੀ ਸੀ, ਵੱਧਦੀ 1.5 ਲੱਖ ਹੋ ਗਈ। ਉਹ ਹਰ ਸਾਲ ਇਸ ਚੀਜ਼ ਨੂੰ NSC ਦੇ ਵਿੱਚ, NUT ਦੇ ਵਿੱਚ, LIC ਦੇ ਵਿੱਚ, PPF ਦੇ ਵਿੱਚ ਡਿਪੋਜ਼ਿਟ ਕਰਵਾਉਂਦਾ ਸੀ। PPF ਦੇ ਵਿੱਚ 15 ਸਾਲ ਬਾਅਦ ਪੈਸੇ ਮਿਲਦੇ ਸੀ, LIC ਦੇ ਵਿੱਚ ਕਈ ਸਕੀਮਾਂ ਤੁਹਾਨੂੰ ਪਤਾ 25-25 30-30 ਸਾਲ ਚੱਲਦੀਆਂ ਸੀ। ਸੋ ਇਹ ਜਿਹੜਾ ਪੈਸਾ ਹੈ ਇਹ ਇਸੇ ਲਈ ਕੀਤਾ ਜਾਂਦਾ ਸੀ ਕਿ ਜਦੋਂ ਇਨਸਾਨ ਬਜ਼ੁਰਗ ਹੋਏਗਾ, ਕਮਾਉਣ ਤੋਂ ਵਾਂਝਾ ਹੋ ਜਾਏਗਾ, ਕਮਾਉਣ ਦੇ ਕਾਬਿਲ ਸ਼ਾਇਦ ਨਹੀਂ ਰਹੇਗਾ, ਉਦੋਂ ਇਹ ਇੱਕਮੁਸ਼ਤ ਪੈਸਾ ਉਹਦੇ ਕੰਮ ਆਏ। ਸੋ ਜੋ ਪੈਨਸ਼ਨ ਹੈ, ਪੈਨਸ਼ਨ ਵੀ ਸੈਲਰੀ ਦੇ ਵਿੱਚੋਂ ਕੱਟ ਕੇ ਦਿੱਤੀ ਜਾਂਦੀ ਹੈ। ਉਹ ਪਰਸਨ ਜਿਹੜਾ ਕਿ ਸੈਲਰੀ ਕਮਾ ਰਿਹਾ ਉਹਨੂੰ ਫੁੱਲ ਪੈਸੇ ਨਹੀਂ ਮਿਲਦੇ, ਉਹਨੂੰ ਪੈਸੇ ਦੇ ਵਿੱਚੋਂ ਕੁਝ ਅਮਾਊਂਟ ਕੱਟ ਲਈ ਜਾਂਦੀ ਹੈ ਜਿਹੜੀ ਬਾਅਦ ਦੇ ਵਿੱਚ ਪੈਨਸ਼ਨ ਬਣਦੀ ਹੈ। ਇਸੇ ਤਰ੍ਹਾਂ ਸੈਕਸ਼ਨ 80C, ਸੈਕਸ਼ਨ 88 ਸੀ ਕਿ ਕੁਝ ਪੈਸੇ ਤੁਸੀਂ ਸੇਵ ਕਰੋ ਤੇ ਬਾਅਦ ਦੇ ਵਿੱਚ ਉਹਨਾਂ ਪੈਸਿਆਂ ਨਾਲ ਆਪਣੀ ਬਜ਼ੁਰਗੀਅਤ ਕੱਟੋ। ਬਟ ਮੈਂ ਵਰਮਾ ਜੀ ਦੀ ਗੱਲ ਨਾਲ ਸਹਿਮਤ ਹਾਂ ਕਿ ਨੰਗਾ ਨਹਾਏਗਾ ਕੀ ਤੇ ਨਿਚੋੜੇਗਾ ਕੀ, ਬਿਲਕੁਲ ਕਿ ਪੈਸੇ ਹੀ ਇੰਨੇ ਹੁੰਦੇ ਆ ਕਿ ਸੇਵ ਕੀਤੇ ਨਹੀਂ ਬਿਲਕੁਲ। 1500 ਜਾਂ 2000 ਰੁਪਇਆ, ਮੇਰੇ ਕਹਿਣ ਦਾ ਮਤਲਬ ਇਹ ਸੀਗਾ ਇਹ ਇੰਨਾ ਘੱਟ ਮਤਲਬ ਸੇਵਿੰਗ ਹੁੰਦੀ ਸੀ। ਜਿਹੜੀ ਮੇਰਾ ਕਹਿਣ ਦਾ ਮਤਲਬ ਜੀ, ਜੀ। ਜਿਹੜੀ ਪੈਨਸ਼ਨ ਹੈਗੀ ਆ, ਉਹ ਪੈਨਸ਼ਨ ਬਜ਼ੁਰਗਾਂ ਨੂੰ ਰਿਸਪੈਕਟ ਦੇ ਤੌਰ ਤੇ ਦਿੱਤੀ ਜਾਣੀ ਚਾਹੀਦੀ, ਇਨਸਲਟ ਕਰਨ ਲਈ ਨਹੀਂ ਦਿੱਤੀ ਜਾਣੀ ਚਾਹੀਦੀ। ਅੱਜ ਕੋਈ ਵੀ ਬਜ਼ੁਰਗ 1500 2000 ਤੇ ਡਿਪੈਂਡੈਂਟ ਤੁਸੀਂ ਦੱਸੋ, ਕਿਉਂਕਿ ਬਜ਼ੁਰਗ ਤਾਂ ਹਰ ਇੱਕ ਦੇ ਘਰ 'ਚ ਹੁੰਦੇ ਨੇ ਔਰ ਹਰ ਇਨਸਾਨ ਨੇ ਬਜ਼ੁਰਗ ਹੋਣਾ ਹੈ, ਇਸ ਕਰਕੇ ਤੁਸੀਂ ਇਹ ਗੱਲ ਜ਼ਰੂਰ ਦੱਸੋ ਕਿ ਬਜ਼ੁਰਗਾਂ ਨੂੰ ਰਿਸਪੈਕਟਫੁਲੀ ਉਹਨਾਂ ਦਾ ਗੁਜ਼ਰ ਬਸ਼ਰ ਕਰਨ ਵਾਸਤੇ ਜਿਹੜੀ ਰਕਮ ਹੈ ਕਿੰਨਾ ਅਮਾਊਂਟ ਚਾਹੀਦਾ ਤੇ ਕਿਵੇਂ ਪਹੁੰਚਦਾ ਕਰਨਾ ਚਾਹੀਦਾ ਉਹਨਾਂ ਦੇ। ਦੇਖੋ ਜੀ, ਅਮਾਊਂਟ ਤਾਂ ਜਿੱਦਾਂ ਕੱਕੜ ਜੀ ਨੇ ਕਿਹਾ ਕਿ ਸੇਵਿੰਗ ਵਾਸਤੇ ਸਾਨੂੰ ਸਰਕਾਰ ਨੇ ਪਹਿਲਾਂ ਹੀ ਪਾਲਿਸੀਜ਼ ਦਿੱਤੀਆਂ ਹੋਈਆਂ। ਹਰ ਬੰਦੇ ਦੀ ਆਪਣੀ ਇਨਕਮ ਹੈ, ਹਰ ਬੰਦੇ ਦਾ ਆਪਣਾ ਖਰਚਾ ਹੈ, ਲੇਕਿਨ ਅੱਜ ਦੇ ਤੌਰ ਤੇ ਜਿੱਦਾਂ ਵਰਮਾ ਜੀ ਕਹਿ ਰਹੇ ਕਿ 10 ਤੋਂ 15,000 ਸ਼ੁੱਡ ਬੀ ਮਿਨੀਮਮ ਅਮਾਊਂਟ ਜਿਹੜੀ ਸਰਕਾਰ ਤੁਹਾਨੂੰ ਦੇਣੀ ਹੀ ਦੇਣੀ ਚਾਹੀਦੀ ਹੈ। ਜਿਹੜੀ ਸਰਕਾਰ ਦੇ ਜ਼ਰੂਰ ਦੇਵੇ ਕਿ ਘੱਟੋ ਘੱਟ 15,000 ਰੁਪਈਆ ਦੇਵੇ, ਜਿਹਦੇ ਨਾਲ ਬੰਦਾ ਆਪਣਾ ਜਿਹੜਾ ਰੈਗੂਲਰ ਖਰਚਾ ਹੈਗਾ ਘੱਟੋ ਘੱਟ ਉਹ ਕਰ ਸਕੇ। ਬਾਕੀ ਸੇਵਿੰਗ ਤਾਂ ਦੇਖੋ ਜੀ ਆਪ ਹੀ ਕਰਨੀ ਪੈਣੀ ਹੈ, ਸਰਕਾਰਾਂ ਦੇ ਆਪਾਂ ਬਹੁਤੇ ਰਹਿ ਨਹੀਂ ਸਕਦੇ, ਡਿਪੈਂਡ ਨਹੀਂ ਹੋ ਸਕਦੇ, ਸੇਵਿੰਗ ਤਾਂ ਆਪ ਹੀ ਕਰਨੀ ਪੈਣੀ ਸਾਨੂੰ। ਸੇਵਿੰਗ ਦੀ ਔਰ ਪੈਨਸ਼ਨ ਦੀ ਗੱਲ ਤਾਂ ਚੱਲ ਹੀ ਰਹੀ ਹੈ, ਉਹਦੇ 'ਚ ਇੱਕ ਨਾ NPS ਨੈਸ਼ਨਲ ਪੈਨਸ਼ਨ ਸਕੀਮ ਵੀ ਚੱਲ ਰਹੀ ਹੈ, ਜਿਹਦੇ 'ਚ 50,000 ਰੁਪਏ ਤੱਕ ਹਰ ਬੰਦਾ ਹਰ ਸਾਲ ਦੇ ਵਿੱਚ, ਜਿਹੜੇ ਲੋਕ ਕਿਸੇ ਵੀ ਲੈਵਲ 'ਤੇ ਕਵਰਡ ਨਹੀਂ ਹੈਗੇ ਉਹਨਾਂ ਨੂੰ ਵੀ ਉਹਦੇ ਅੰਡਰ ਕਵਰ ਕੀਤਾ ਜਾਂਦਾ ਹੈ, ਔਰ ਉਹਦਾ ਫਿਰ ਇਨਕਮ ਟੈਕਸ 'ਚੋਂ ਰਿਬੇਟ ਵੀ ਹੈਗਾ। ਔਰ ਇਹ NPS ਇਸੇ ਕਰਕੇ ਸ਼ੁਰੂ ਕੀਤੀ ਗਈ ਸੀ, ਨੈਸ਼ਨਲ ਪੈਨਸ਼ਨ ਸਕੀਮ, ਤਾਂ ਕਿ ਇਹਦੇ 'ਚ ਜਿਹੜੇ ਲੋਕ ਅੱਜ ਤੱਕ ਕਿਸੇ ਵੀ ਕਾਰਨ ਪੈਨਸ਼ਨ ਨਹੀਂ ਲੈ ਪਾ ਰਹੇ ਉਹ ਵੀ ਉਹਦੇ ਵਿੱਚ ਇਨਵੈਸਟ ਕਰਕੇ ਔਰ ਉਹਨਾਂ ਨੂੰ ਇੱਕ ਮਿਨੀਮਮ ਅਮਾਊਂਟ ਆਫ ਪੈਨਸ਼ਨ ਤਾਂ ਲੇਟਰ ਸਟੇਜ 'ਤੇ ਜ਼ਰੂਰ ਮਿਲੇ। ਇਸ ਤੋਂ ਇਲਾਵਾ ਇਸ ਬਜਟ 'ਚ ਸਾਰੀਆਂ ਗੱਲਾਂ ਆਪਾਂ ਕਰਦੇ ਪਏ ਹਾਂ, ਔਰ ਬੜਾ ਵੱਡਾ 1-2 ਪੁਆਇੰਟ ਨੇ ਜਿਹੜੇ ਮੈਂ ਦੱਸਣਾ ਚਾਹੁੰਦਾ ਵਾਂ ਕਿ ਇਸ ਬਜਟ ਦੀ ਜਿਹੜੀ ਮੇਨ ਫੋਕਸ ਹੈ, ਜਿਹੜੀ ਕਿ ਆਪਾਂ ਕਹਿੰਦੇ ਹਾਂ ਕਿ ਜੌਬਸ ਦੀ ਕ੍ਰੀਏਸ਼ਨ ਹੋਏਗੀ, ਉਹ ਕਿੱਦਾਂ ਹੋਏਗੀ। ਉਹਦੇ 'ਚ ਸਰਕਾਰ ਨੇ ਇਸ ਵਾਰੀ 10 ਲੱਖ ਕਰੋੜ ਰੁਪਏ ਦਾ ਜਿਹੜਾ ਹੈ ਉਹ ਲੇਆਊਟ ਪਲਾਨ ਰੱਖਿਆ ਹੈ, ਜਿਹੜਾ ਸਰਕਾਰ ਨੇ ਕੈਪੀਟਲ ਐਕਸਪੈਂਡੀਚਰ ਜਿਹੜਾ ਖਰਚ ਕਰਨਾ ਹੈ ਆਪਣੇ ਹੱਥਾਂ ਨਾਲ। ਇਹ ਬਹੁਤ ਵੱਡੀ ਫਿਗਰ ਹੈ ਔਰ 1 ਸਾਲ 'ਚ ਖਰਚ ਕਰਨਾ ਹੈ ਜੋ ਉਹਨਾਂ ਦਾ ਟਾਰਗੇਟ ਹੈ। ਔਰ ਜੇ ਇਹ ਐਗਜ਼ੀਕਿਊਸ਼ਨ ਹੋ ਜਾਂਦੀ ਹੈ ਤੇ ਬੜਾ ਵੱਡਾ ਦੇਸ਼ ਦੀ ਇਕੋਨਮੀ ਨੂੰ ਫਾਇਦਾ ਹੋਏਗਾ ਔਰ ਬੜੀਆਂ ਨਵੀਆਂ ਜੌਬਸ ਕ੍ਰੀਏਟ ਹੋਣਗੀਆਂ। ਔਰ ਇਹ ਜਿਹੜਾ ਕੈਪੀਟਲ ਐਕਸਪੈਂਡੀਚਰ ਹੈ ਇਹ ਸਾਰਾ ਇਨਫਰਾਸਟਰਕਚਰ, ਸਟਰੋਂਗ ਇਨਫਰਾਸਟਰਕਚਰ ਦੇ ਉੱਪਰ ਸਪੈਂਡਿੰਗ ਹੋਣੀ ਹੈ। ਔਰ ਉਹਦੇ ਨਾਲ ਜਿਹੜੇ ਕਿ BPL ਦੇ ਵਿੱਚ ਪ੍ਰਾਈਮ ਮਿਨਿਸਟਰ ਆਵਾਸ ਯੋਜਨਾ ਦੇ ਅੰਦਰ ਆਪਾਂ ਦੇਖਦੇ ਹਾਂ TV 'ਚ ਵੀ ਅੱਜ 1.5 ਲੱਖ ਲੋਕਾਂ ਨੂੰ ਘਰਾਂ 'ਚ ਚਾਬੀਆਂ ਦਿੱਤੀਆਂ ਗਈਆਂ। ਉਹਦੇ 'ਚ ਅੱਜ ਕੀ ਉਹਨਾਂ ਨੇ 66% ਬਜਟ ਐਲੋਕੇਸ਼ਨ ਵਧਾਤੀ ਹੈ ਪਿਛਲੇ ਸਾਲ ਨਾਲੋਂ, 66% ਦਾ ਉਹਦੇ 'ਚ ਪ੍ਰਾਵਧਾਨ ਹੋਰ ਵਧਾਤਾ ਹੈ। ਔਰ ਇਹ ਬੜਾ ਸ਼ਲਾਘਾਯੋਗ ਕੰਮ ਹੈ ਕਿ ਆਮ ਬੰਦਾ ਜਿਹੜਾ ਘਰ ਵੀ ਨਹੀਂ ਲੈ ਪਾ ਰਿਹਾ
ਉਹ ਲੋਕਾਂ ਨੂੰ ਆਉਣ ਵਾਲੇ ਟਾਈਮ 'ਚ ਹੋਰ ਜ਼ਿਆਦਾ ਚਾਂਸ ਹੈ ਕਿ ਉਹਨਾਂ ਨੂੰ ਆਪਣਾ ਘਰ, ਆਪਣੀ ਛੱਤ ਮਿਲੇਗੀ ਰਹਿਣ ਵਾਸਤੇ। ਇਹ ਬੜੇ ਵੱਡੇ 2-4 ਸਟੈਪ ਨੇ, ਔਰ ਜੇ ਇਹ ਸਟੈਪ ਐਗਜ਼ੀਕਿਊਟ ਹੋ ਗਏ ਤੇ ਆਮ ਬੰਦਿਆਂ ਨੂੰ ਵੀ ਔਰ ਨਵੇਂ ਯੁਵਾ ਨੂੰ ਵੀ ਨੌਕਰੀਆਂ ਵੀ ਮਿਲਣਗੀਆਂ ਤੇ ਆਮ ਬੰਦੇ ਨੂੰ ਘਰਾਂ 'ਚ ਰਹਿਣ ਲਈ ਰਾਹਤ ਵੀ ਮਿਲੇਗੀ। ਗੱਲ ਇਹਨਾਂ ਦੀ ਸਰਵੇਸ਼ ਜੀ ਨੇ ਕੀਤੀ, ਮੈਂ ਕਲੀਅਰ ਕਰਨਾ ਚਾਹੁੰਦਾ। ਪਹਿਲਾਂ ਭੰਵਰ ਜੀ ਨੇ ਵੀ ਗੱਲ ਕੀਤੀ। ਜਿਹੜੀ ਪੈਨਸ਼ਨ ਦੀ ਗੱਲ ਚੱਲੀ ਆ ਨਾ, ਇਹ ਅੱਜ ਦਾ ਮੁੱਦਾ ਨਹੀਂ ਆ। ਜਿਹੜੀ 올ਡ ਏਜ ਪੈਨਸ਼ਨ ਹੈਗੀ ਆ, ਉਹਦੇ ਵਾਸਤੇ ਸਰਕਾਰਾਂ ਨੂੰ ਇਹ ਵੀ ਸੁਝਾਅ ਦਿੱਤੇ ਗਏ ਆ ਕਿ ਇਹ ਨਹੀਂ ਵੀ ਹਰ ਬੰਦੇ ਨੂੰ ਪੈਨਸ਼ਨ ਦੀ ਲੋੜ। ਗਵਰਨਮੈਂਟ ਵੱਲੋਂ ਸਕੀਮ ਚਾਹੀਦੀ ਹਰ ਬੰਦੇ ਨੂੰ ਰਿਸਪੈਕਟੇਬਲ 10-15,000 ਵੀ ਜਿੰਨਾ ਵੀ ਇੱਕ ਬਜ਼ੁਰਗ ਨੂੰ ਦੇਣਾ ਦੇਣ, ਲੇਕਿਨ ਅਗਰ ਉਹ ਬਜ਼ੁਰਗ ਵੈਲ ਟੂ ਡੂ ਆ, ਉਹ ਵੋਲੰਟੈਰਲੀ ਉਹਨੂੰ ਸਰੈਂਡਰ ਕਰੇ। ਜਿਸ ਤਰ੍ਹਾਂ ਗੈਸ ਦੀਆਂ ਸਿਲੰਡਰਾਂ ਦੀਆਂ ਸਬਸਿਡੀਆਂ ਦੀ ਸਕੀਮ ਆਈ ਸੀ, ਜਿਨ੍ਹਾਂ ਲੋਕਾਂ ਦੇ ਕੋਲ ਅਫੋਰਡ ਕਰਦੇ ਸੀ ਉਹਨਾਂ ਨੇ ਸਰੈਂਡਰ ਕੀਤੇ। ਸੋ ਇਹ ਸਾਡਾ ਨੈਸ਼ਨਲ ਕਰੈਕਟਰ ਉਹਦੇ ਸਾਹਮਣੇ ਆਏਗਾ, ਅਸੀਂ ਆਪਣੇ ਉਹਨਾਂ ਨੂੰ ਸਰੈਂਡਰ ਕਰੀਏ। ਪਰ ਇਹਦੇ ਨਾਲ ਜਿਹੜੇ ਬਹੁਤ ਸਾਰੇ ਲੋਕ ਆ, ਗਵਰਨਮੈਂਟ ਨੇ ਖੁਦ ਹੀ ਇੰਡੀਕੇਸ਼ਨ ਦਿੱਤੀ ਆ, 1 ਸਾਲ ਵਾਸਤੇ ਉਹਨੇ ਫ੍ਰੀ ਜਿਹੜਾ ਗਰੀਬ ਲੋਕਾਂ ਨੂੰ ਰਾਸ਼ਨ ਦੇਣਾ ਆ, ਅਨਾਜ ਦੇਣਾ ਆ, ਉਹਨੇ 1 ਸਾਲ ਐਕਸਟੈਂਡ ਕੀਤੀ ਗਵਰਨਮੈਂਟ ਨੇ। ਕਿਉਂ ਕੀਤੀ? ਕਿਉਂਕਿ ਗਵਰਨਮੈਂਟ ਨੂੰ ਪਤਾ ਵੀ ਜਿਹੜੇ ਲੋਕ ਰਾਸ਼ਨ ਨਹੀਂ ਲੈ ਸਕਦੇ, ਅਫੋਰਡ ਨਹੀਂ ਕਰਦੇ ਪਏ, ਉਹ NPS ਦੇ ਵਿੱਚ ਕਿੱਥੋਂ ਆਉਣਗੇ? ਜਾਂ ਉਹ ਸੇਵਿੰਗ ਡਾਕਖਾਨੇ 'ਚ ਤਾਂ ਪੈਸਾ ਤਾਂ ਰੱਖੂਗੇ ਜੇ ਰੁਪਈਆ ਕੋਲ ਹੋਊਗਾ। ਉਹਨਾਂ ਕੋਲ ਤਾਂ ਵਿਚਾਰਿਆਂ ਦੇ ਕੋਲ ਖਾਣ ਨੂੰ ਰੋਟੀ ਨਹੀਂ ਹੈ। ਮੈਂ ਕਾਲਾ ਸਾਹਿਬ ਨੂੰ ਇਸੇ ਕਰਕੇ ਮਾਈਕ ਦੇਣ ਨੂੰ ਕਹਿ ਰਿਹਾ ਸੀਗਾ, ਕਿਉਂਕਿ ਇੰਡਸਟਰੀ ਦੀ ਗੱਲ ਹੋ ਰਹੀ ਸੀ ਨਾ। 1 ਸਾਲ ਵਾਸਤੇ ਅਨਾਜ ਜੇ ਫ੍ਰੀ ਦੇਣਾ, ਤੇ ਅਗਰ ਉਹਨਾਂ ਲੋਕਾਂ ਨੂੰ ਪੈਨਸ਼ਨ ਵੀ ਦਿੱਤੀ ਜਾਏਗੀ ਨਾਲ, ਸਿਰਫ ਅਨਾਜ ਨਾਲ ਨਹੀਂ ਗੱਲ ਬਣਦੀ, ਤਾਂ ਮੈਂ ਸਮਝਦਾ ਵੀ ਸਰਕਾਰ ਦੇ ਉੱਪਰ ਬਹੁਤ ਕੋਈ ਬੋਝ ਤਾਂ ਪਏਗਾ ਆਰਥਿਕ, ਪਰ ਉਹ ਬੋਝ ਜਿਹੜਾ ਹੈਗਾ ਸਾਡੇ ਦੇਸ਼ ਦੇ ਜਿਹੜੇ ਅਮੀਰ ਲੋਕ ਆ ਇੰਨੇ ਕੰਪੀਟੈਂਟ ਹੈਗੇ ਕਿ ਉਹਨੂੰ ਚੱਕ ਸਕਦੇ ਆ। ਹੁਣ ਮੈਂ ਕਹਾਂਗਾ ਕਿ ਕਾਲੜਾ ਸਾਹਿਬ ਅੱਗੇ, ਮੈਂ ਉਹਨਾਂ ਦਾ ਟਾਈਮ ਲੈ ਲਿਆ, ਪਲੀਜ਼। ਨਹੀਂ, ਕਾਲੜਾ ਸਾਹਿਬ ਨੂੰ ਮੈਂ ਇਸ ਕਰਕੇ ਮਾਈਕ ਦੇਣ ਨੂੰ ਕਹਿ ਰਿਹਾ ਸੀ ਕਿ ਕਾਲੜਾ ਸਾਹਿਬ ਸਮਾਲ ਸਕੇਲ ਇੰਡਸਟਰੀਜ਼ ਬਾਰੇ ਗੱਲ ਕਰ ਰਹੇ ਸੀਗੇ ਕਿ ਗਵਰਨਮੈਂਟ ਨੇ ਸਮਾਲ ਸਕੇਲ ਇੰਡਸਟਰੀਜ਼ ਨੂੰ ਕੀ ਕੁਝ ਦਿੱਤਾ। ਔਰ ਤੁਸੀਂ ਇਹ ਵੀ ਜ਼ਰੂਰ ਦੱਸੋ ਕਿ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੇ ਲੋਕ ਜਦੋਂ ਬਜ਼ੁਰਗ ਹੋ ਜਾਂਦੇ ਨੇ ਜਾਂ ਜਦੋਂ ਰਿਟਾਇਰਮੈਂਟ ਦੀ ਏਜ 'ਚ ਆ ਜਾਂਦੇ ਨੇ, ਤੇ ਇੰਡਸਟਰੀ ਤੋਂ ਉਹਨਾਂ ਨੂੰ, ਜਿੱਥੇ ਉਹਨਾਂ ਨੇ ਆਪਣੇ 15 ਸਾਲ 20 ਸਾਲ 25 ਸਾਲ ਜਿਹੜੀ ਹੈਗੀ ਹੈ ਉਹ ਸਰਵਿਸ ਕੀਤੀ ਹੁੰਦੀ ਹੈ, ਤੇ ਜਿਹੜੇ ਸਮਾਲ ਸਕੇਲ ਇੰਡਸਟਰੀਜ਼ ਜਾਂ ਇੰਡਸਟਰੀਜ਼ ਜਿਹੜੇ ਚਲਾਉਂਦੇ ਨੇ, ਇੰਡਸਟਰੀਲਿਸਟ ਨੇ ਜਿਹੜੇ, ਉਹ ਉਹਨਾਂ ਨੂੰ ਕੀ ਦਿੰਦੇ ਨੇ? ਦੇਖੋ, ਇੱਕ ਪ੍ਰੋਵੀਡੈਂਟ ਫੰਡ ਜਿਹੜਾ ਹੈ ਉਹ ਹਰ ਇੰਡਸਟਰੀ ਦੇ ਵਿੱਚ ਹੈ, ਜਿੱਥੇ ਵੀ 10 ਤੋਂ ਵੱਧ EMPLOYE ਹੈਗੇ ਆ। ਉਹ ਪਹਿਲੋਂ ਤੇ ਸਾਡੇ ਅਰਬਨ ਦੇ ਵਿੱਚ ਐਪਲੀਕੇਬਲ ਸੀ। ਮੈਡਮ ਨੇ ਪਿਛਲੇ ਜਾਂ ਸ਼ਾਇਦ ਉਸ ਤੋਂ ਪਿਛਲੇ ਸਾਲ ਉਹਨੂੰ ਪੂਰੇ ਰੂਰਲ ਦੇ ਵਿੱਚ ਵੀ ਜਿਹੜਾ ਹੈ ਇੰਪਲੀਮੈਂਟ ਕਰ ਦਿੱਤਾ। ਹੁਣ ਜਿੱਥੇ ਮਰਜ਼ੀ ਕਿਤੇ ਫੈਕਟਰੀ ਹੋਵੇ, ਕੋਈ ਦੁਕਾਨ ਹੋਵੇ, ਜਿੱਥੇ 10 ਜਾਂ 10 ਤੋਂ ਜ਼ਿਆਦਾ EMPLOYE ਕੰਮ ਕਰ ਰਹੇ ਆ, ਉੱਥੇ ਪ੍ਰੋਵੀਡੈਂਟ ਫੰਡ ਜਿਹੜਾ ਹੈ ਉਹ ਐਪਲੀਕੇਬਲ ਹੈ ਜੀ। ਉਹ ਪ੍ਰੋਵੀਡੈਂਟ ਫੰਡ ਨੂੰ ਮਿਲੇਗਾ। ਪ੍ਰੋਵੀਡੈਂਟ ਫੰਡ ਦੇ ਨਾਲ ਜਿਹੜਾ ਹੈ ਗ੍ਰੈਚੁਟੀ ਐਪਲੀਕੇਬਲ ਹੈ, ਗ੍ਰੈਚੁਟੀ ਮਿਲੇਗੀ। ਉਹਦੇ ਨਾਲ ਹੋਰ ਜਿੰਨੇ ਵੀ ਕੋਈ ਪਰਕਸ, ਇੱਕ ਅੱਜ ਦੇ ਬਜਟ ਦੇ ਵਿੱਚ ਇੱਕ ਬੜੀ ਵਧੀਆ ਗੱਲ ਜਿਹੜੀ ਉੱਭਰ ਕੇ ਆਈ ਹੈ ਜੀ, ਇਹ ਆਈ ਹੈ ਕਿ ਇੱਕ ਲੀਵ ਐਨਕੈਸ਼ਮੈਂਟ 3 ਲੱਖ ਰੁਪਏ ਤੱਕ ਹੁੰਦੀ ਸੀ, ਟੈਕਸੇਬਲ ਨਹੀਂ ਸੀ ਹੈਗੀ। ਹੁਣ ਉਹ ਜਿਹੜੀ ਹੈ ਅੱਜ ਦੇ ਬਜਟ ਦੇ ਵਿੱਚ ਉਹ 25 ਲੱਖ ਰੁਪਏ ਕਰ ਦਿੱਤੀ ਗਈ ਜੀ। ਇੱਥੇ ਰਾਣਾ ਜੀ, ਮੈਂ ਅੱਜ ਤੁਹਾਨੂੰ ਇੱਕ ਨਵੀਂ ਗੱਲ ਦੱਸਣੀ ਚਾਹੁੰਦਾ ਸੀ ਬਜਟ ਦੇ ਵਿੱਚ, ਜਿਹੜੀ ਸ਼ਾਇਦ ਹਾਲੇ ਤੱਕ ਸਾਡੇ ਕੋਲ ਡਿਸਕਸ ਨਹੀਂ ਹੋਈ, ਉਹ ਮੈਂ ਵੀ ਹੁਣੇ ਹੀ ਮੇਰੀ ਨੌਲੇਜ ਦੇ ਵਿੱਚ ਆਈ ਹੈ ਜੀ। ਇੱਕ ਪੈਨ ਕਾਰਡ ਨੂੰ ਜਿਹੜਾ ਹੈ ਉਹ ID ਦਾ ਦਰਜਾ ਦੇ ਦਿੱਤਾ ਗਿਆ ਜੀ ਅੱਜ ਦੇ ਬਜਟ ਦੇ ਵਿੱਚ। ਜਿਹੜਾ ਕਿ ਪਹਿਲੋਂ ਜਿਹੜਾ ਸੀਗਾ ਉਹ ਹੁੰਦਾ ਸੀਗਾ ਆਧਾਰ ਕਾਰਡ ਜਾਂ ਅਸੀਂ ਪਾਸਪੋਰਟ ਜਾਂ ਡਰਾਈਵਿੰਗ ਲਾਇਸੈਂਸ ਨੂੰ ਜਿਹੜਾ ਸੀਗਾ ਆਪਣੇ ID ਕਾਰਡ ਯੂਜ਼ ਕਰਦੇ ਸੀ, ਆਇਡੈਂਟੀਟੀ ਯੂਜ਼ ਕਰਦੇ ਸੀ। ਅੱਜ ਪਹਿਲੀ ਵਾਰੀ ਪੈਨ ਕਾਰਡ ਨੂੰ ਜਿਹੜਾ ਹੈ ਉਹ ਆਇਡੈਂਟੀਟੀ ਹੀ ਦੇ ਦਿੱਤੀ ਗਈ ਹੈ। ਪੈਨ ਕਾਰਡ ਤੁਹਾਡਾ ਹੁਣ ਆਧਾਰ ਕਾਰਡ ਦਾ ਹੀ ਕੰਮ ਨਾਲ ਕਰ ਰਿਹਾ ਜੀ ਅੱਜ ਦੀ ਡੇਟ ਦੇ ਵਿੱਚ, ਜਿਹੜੀ ਇੱਕ ਨਵੀਂ ਚੀਜ਼ ਹੋਈ ਹੈ। ਉਸ ਤੋਂ ਬਾਅਦ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹਦੇ ਵਿੱਚ ਰਾਣਾ ਜੀ, ਬਜਟ ਵਿੱਚ ਇਹ ਥੋੜ੍ਹੀ ਜੇ ਆਮ ਪਬਲਿਕ ਦਾ ਦੇਖੋ ਜੀ, ਜੇ ਪੂਰੀ ਕੰਟਰੀ ਗਰੋਥ ਕਰੇਗੀ ਤੇ ਆਮ ਪਬਲਿਕ ਦੇ ਗਰੋਥ ਆਟੋਮੈਟਿਕਲੀ ਉਹਦੇ ਨਾਲ ਜੁੜੀ ਹੋਈ ਹੋਣੀ ਹੈਗੀ। ਹਾਂਜੀ। ਉਹਦੇ 'ਚ ਰਾਣਾ ਜੀ ਬੜੀ ਦੇਰ ਤੋਂ, ਈਵਨ ਮਨਮੋਹਨ ਸਿੰਘ ਜੀ ਦੀ ਗਵਰਨਮੈਂਟ ਜਾਂ ਉਸ ਤੋਂ ਪਹਿਲੋਂ ਵੀ ਜਿੰਨੀਆਂ ਗਵਰਨਮੈਂਟਾਂ ਰਹੀਆਂ ਵਾ, ਉਹਨਾਂ ਦੀ ਇੱਕ ਬੜੀ ਜ਼ਿਆਦਾ ਕੋਸ਼ਿਸ਼ ਰਹੀ ਹੈਗੀ ਹੈ ਕਿ ਅਸੀਂ ਜਿੰਨੀਆਂ ਛੂਟਾਂ ਦਿੰਦੇ ਹੈਗੇ ਆ ਟੈਕਸ ਦੀਆਂ, ਜਿਹੜੀਆਂ ਟੈਕਸ ਦੀਆਂ ਅਸੀਂ ਛੂਟਾਂ ਦਿੰਦੇ ਹੈਗੇ, ਐਕਚੁਅਲੀ ਛੂਟਾਂ ਉਹ ਕਿਹਨੂੰ ਮਿਲ ਰਹੀਆਂ ਸੀਗੀਆਂ? ਜਿਹੜਾ ਸੈਲਰੀਡ EMPLOYE ਸੀਗਾ, ਗਵਰਨਮੈਂਟ EMPLOYE ਸੀ, ਮੈਕਸਿਮਮ ਉਹੀ ਸੀਗੇ। 2-2.5 ਕਰੋੜ 3 ਕਰੋੜ ਦੀ ਉਹ ਵਾਲੀ ਜਿਹੜੀ ਹੈ ਰਿਟਰਨ ਜਾਂਦੀ ਹੈ ਜੀ, 2-2.5 ਕਰੋੜ ਰਿਟਰਨਾਂ ਜਾਂਦੀਆਂ ਵਾ। ਉਹ ਰਿਟਰਨਾਂ ਜਿਹੜੀਆਂ ਸੀਗੀਆਂ ਉਹ ਗਵਰਨਮੈਂਟ EMPLOYE ਹੈਗੇ ਆ, ਅੱਛੀ ਉਹਨਾਂ ਦੀ ਪੇ ਹੈਗੀ ਹੈ। ਗਵਰਨਮੈਂਟ ਦੀ ਬੜੀ ਦੇਰ ਤੋਂ ਇਹ ਸੀਗੀ ਕਿ ਇਹ ਜਿਹੜੀਆਂ ਹੈਗੀਆਂ ਡਿਡਕਸ਼ਨਾਂ ਖਤਮ ਕੀਤੀਆਂ ਜਾਣ ਕਿਸੇ ਤਰੀਕੇ ਦੇ ਨਾਲ। ਇਹ ਜਿਹੜੀਆਂ ਛੂਟਾਂ ਅਸੀਂ ਦਿੰਦੇ ਹੈਗੇ ਨਾ ਜੀ, 80C ਜਾਂ 80G ਜਾਂ ਹੋਰ ਇਹ ਜਿਹੜੀਆਂ ਡਿਡਕਸ਼ਨ ਆਪਾਂ ਦਿੰਦੇ 80D, ਇਹ ਸਾਰੀਆਂ ਜਿਹੜੀਆਂ ਹੈ ਖਤਮ ਕੀਤੀਆਂ ਜਾਣ। ਬੜੀਆਂ ਕਮੇਟੀਆਂ ਨੇ ਵੀ ਰਿਕਮੈਂਡੇਸ਼ਨ ਕੀਤੀ ਜੀ, ਬੜੀ ਕਮੇਟੀਆਂ ਨੇ ਰਿਕਮੈਂਡੇਸ਼ਨ ਦਿੱਤੀ ਕਿ ਜਿਹੜੀਆਂ ਹੈਗੀਆਂ ਛੂਟਾਂ ਖਤਮ ਕੀਤੀਆਂ ਜਾਣ।
ਸਾਰੀਆਂ ਗੌਰਮੈਂਟਾਂ ਦੇ ਹੱਥ ਖੜੇ ਰਹੇ ਆ ਜੀ। ਅੱਜ ਸੀਤਾਰਮਨ ਜੀ ਨੇ ਇੱਕ ਇਦਾਂ ਦਾ ਪਲੇਟਫਾਰਮ ਲਿਆ ਕੇ ਖੜਾ ਕਰ ਦਿੱਤਾ ਜਿਹਦੇ ਵਿੱਚ ਉਹਨਾਂ ਨੇ 올ਡ ਰੈਜੀਮ ਤੇ ਨਿਊ ਰੈਜੀਮ ਤਾਂ ਪਿਛਲੇ ਸਾਲ ਹੀ ਉਹਨਾਂ ਨੇ ਕਰ ਦਿੱਤਾ ਸੀ। ਉਹਨਾਂ ਨੇ ਆਲਮੋਸਟ ਇੱਕ ਅੱਜ ਇਦਾਂ ਦਾ ਕੰਮ ਕਰਤਾ ਜਿਹਦੇ ਵਿੱਚ ਕਿ ਪਿਛਲੇ ਸਾਲ 99% ਰਿਟਰਨਾਂ ਜਿਹੜੀਆਂ ਹੈਗੀਆਂ ਉਹ 올ਡ ਰੈਜੀਮ 'ਚ ਗਈਆਂ ਵਾ, 1% ਰਿਟਰਨਾਂ ਜਿਹੜੀਆਂ ਵਾ ਨਿਊ ਰੈਜੀਮ 'ਚ ਗਈਆਂ। ਇਸ ਸਾਲ ਬਜਟ ਇਦਾਂ ਦਾ ਬਣ ਗਿਆ ਜੀ ਕਿ ਸਾਰਿਆਂ ਨੇ ਹੀ ਜਿਹੜੀਆਂ ਰਿਟਰਨਾਂ ਹੈ ਨਿਊ ਰੈਜੀਮ 'ਚ ਕਰਨੀਆਂ, ਤੇ ਡਿਡਕਸ਼ਨਾਂ ਵਾਲਾ ਕੰਮ ਜਿਹਦੇ ਤੇ ਸਰਕਾਰ ਬੜੀ ਦੇਰ ਤੋਂ ਜ਼ੋਰ ਲਾ ਰਹੀ ਸੀ, ਖਤਮ ਨਹੀਂ ਸੀ ਹੋ ਰਿਹਾ, ਉਹ ਅੱਜ ਜਿਹੜਾ ਕੰਮ ਹੈ ਉਹ ਆਟੋਮੈਟਿਕਲੀ ਜਿਹੜਾ ਹੈ ਉਹ ਖਤਮ ਹੋਣ ਦੇ ਕਗਾਰ ਤੇ ਪਹੁੰਚ ਗਿਆ ਜੀ। ਆਪਾਂ ਹੁਣ ਇੱਕ ਵਾਰੀ ਛੋਟਾ ਛੋਟਾ ਆਪਣਾ ਵਿਚਾਰ ਦਈਏ ਕਿ ਪਿਛਲੇ ਬਜਟ ਨਾਲੋਂ ਇਸ ਬਜਟ ਦੇ ਵਿੱਚ ਕੀ ਡਿਫਰੈਂਟ ਦੇਖਦੇ ਹੋ ਤੁਸੀਂ? ਛੋਟਾ ਛੋਟਾ ਨੰਬਰ ਦੇ ਦਿਓ। ਹਾਂ, ਇਹ ਦਿਓ ਹਾਂ, ਤੁਸੀਂ ਦੱਸੋ। ਦੇਖੋ ਠੀਕ ਬਜਟ ਹੈ ਜੀ। ਜਿਹੜਾ ਹੈ ਉਹ ਪਿਛਲੇ ਬਜਟ ਦੇ ਕੰਪੈਰੀਟਿਵਲੀ ਲਾਈਏ ਤੇ ਬਹੁਤ ਜ਼ਿਆਦਾ ਵਧੀਆ ਬਜਟ ਹੈ, ਲੇਕਿਨ ਕੁਛ ਇੱਕ ਇੰਡਸਟਰੀ ਨੂੰ ਬੜਾ ਤਗੜਾ ਧੱਕਾ ਲੱਗਾ ਜੀ ਰਾਣਾ ਜੀ। ਜੀ ਇੰਸ਼ੋਰੈਂਸ ਇੰਡਸਟਰੀ ਨੂੰ ਐਡਾ ਤਗੜਾ ਧੱਕਾ ਲੱਗਾ ਕਿ ਅਸੀਂ ਅੱਜ ਸੋਚ ਹੀ ਨਹੀਂ ਸਕਦੇ। ਜੇ ਦੇਖਿਆ ਜਾਏ ਜੀ ਅੱਜ ਜਿੰਨੀਆਂ, ਚਲੋ ਕਿਸੇ ਇੱਕ ਦਾ ਨਾਂ ਨਹੀਂ ਲੈਣਾ, 10-10, 12-12, 13-13% ਜਿਹੜੇ ਹੈਗੇ ਆ ਸ਼ੇਅਰ ਜਿਹੜੇ ਹੈਗੇ ਆ ਇੰਸ਼ੋਰੈਂਸ ਕੰਪਨੀਆਂ ਦੇ ਡਾਊਨ ਗਏ ਜੀ। ਈਵਨ LIC ਸਾਰੀਆਂ ਕੰਪਨੀਆਂ ਦੇ ਸ਼ੇਅਰ ਜਿਹੜੇ ਡਾਊਨ ਗਏ ਹੈਗੇ ਆ। ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਇੱਕ ਤਾਂ ਡਿਡਕਸ਼ਨ ਨਹੀਂ ਲੋਕਾਂ ਨੇ ਲੈਣੀ, ਇਸ ਕਰਕੇ ਇੰਸ਼ੋਰੈਂਸ ਨਹੀਂ ਕਰਵਾਉਣੀ। ਨੰਬਰ 1 ਇਹ ਹੋ ਗਿਆ। ਨੰਬਰ 2 ਦੇ ਇੱਕ ਬੜਾ ਵੱਡਾ ਇਹਦੇ ਵਿੱਚ ਹੋ ਗਿਆ ਕਿ ਜਿਸ ਬੰਦੇ ਨੇ 5 ਲੱਖ ਰੁਪਈਆ ਜੇ ਉਹਨੇ ਇੰਸ਼ੋਰੈਂਸ ਪਾਲਿਸੀ ਦਾ ਆਪਣਾ ਦਿੱਤਾ 1 ਸਾਲ ਦੇ ਵਿੱਚ, ਤੇ ਜਦੋਂ ਉਹਨੂੰ ਰੈਮਿਟੈਂਸ ਮਿਲਣੀ ਹੈ ਤਾਂ ਉਹਦੇ ਉੱਤੇ ਟੈਕਸ ਲੱਗੇਗਾ। ਇਹਦੇ ਨਾਲ ਜਿਹੜਾ ਇੰਸ਼ੋਰੈਂਸ ਸੈਕਟਰ ਨੂੰ ਬੜਾ ਤਗੜਾ ਧੱਕਾ ਲੱਗੇਗਾ ਜੀ, ਬਹੁਤ ਤਗੜਾ ਧੱਕਾ ਲੱਗੇਗਾ। ਬਾਕੀ ਓਵਰਆਲ ਜਿਹੜਾ ਹੈ ਹੁਣ ਦੇਖੋ ਬਜਟ ਦੇ ਵਿੱਚ ਤੁਸੀਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਜੀ। ਕੁਝ ਜਿਹੜੇ ਸੈਕਟਰ ਇਦਾਂ ਦੇ ਵੀ ਰਹਿ ਜਾਣਗੇ ਜਿਨ੍ਹਾਂ ਨੂੰ ਧੱਕਾ ਲੱਗੇਗਾ। ਉਹਦੇ ਵਿੱਚ ਇੱਕ ਇੰਸ਼ੋਰੈਂਸ ਸੈਕਟਰ ਇਦਾਂ ਦਾ ਸੈਕਟਰ ਹੈ ਜਿਹਨੂੰ ਬਹੁਤ ਧੱਕਾ ਲੱਗਾ। ਅੱਛਾ, ਹੋਰ ਇੱਕ ਨਵੀਂ ਗੱਲ ਆਈ ਹੈ ਇਸ ਬਜਟ ਦੇ ਵਿੱਚ ਕਿ ਅੱਗੇ ਇਹ ਹੁੰਦਾ ਸੀ, ਕਹਿੰਦੇ ਜੀ ਡਿਫੈਂਸ ਲਈ ਬਜਟ ਦਾ ਮੈਕਸਿਮਮ ਡਿਫੈਂਸ ਲਈ ਹੁੰਦਾ ਜੀ। ਇਹ ਪਹਿਲਾ ਬਜਟ ਹੈ ਜਿਹਦੇ ਉੱਤੇ ਅਸੀਂ ਇੰਨੇ ਸੈਲਫ ਰਿਲਾਇਬਲ ਹੋ ਗਏ ਹੈਗੇ ਆ, ਸਾਡੇ ਅੰਦਰ ਆਪਣੇ ਇੰਨੇ ਆਰਮਸ ਬਣਨ ਲੱਗ ਗਏ ਹੈਗੀਆਂ, ਇੰਨੀਆਂ ਜਿਹੜੀਆਂ ਹੈਗੀਆਂ ਮਿਲਟਰੀ ਦੀਆਂ ਜਾਂ ਏਅਰ ਫੋਰਸ ਦੀਆਂ ਪ੍ਰੋਡਕਟਸ ਬਣਨ ਲੱਗੀਆਂ ਹੈਗੀਆਂ ਵੈ ਕਿ ਬਜਟ ਜਿਹੜਾ ਹੈ ਉਹ ਬਹੁਤ ਜ਼ਿਆਦਾ ਇਨਹਾਂਸ ਕਰਨ ਦੀ ਲੋੜ ਹੀ ਨਹੀਂ ਪਈ ਜੀ। ਰੇਲਵੇ ਦੇ ਉੱਤੇ ਬਹੁਤ ਜ਼ਿਆਦਾ ਇਨਹਾਂਸ ਕਰਨ ਦੀ ਲੋੜ ਨਹੀਂ ਪਈ, ਹਾਲਾਂਕਿ ਇਨਫਰਾਸਟ੍ਰਕਚਰ ਨੂੰ ਲੈ ਕੇ ਬਹੁਤ ਜ਼ਿਆਦਾ ਹੋਇਆ ਹੈਗਾ। ਨਵੀਆਂ ਟ੍ਰੇਨਾਂ ਚੱਲਣਗੀਆਂ, ਗੁੱਡਸ ਟ੍ਰੇਨਸ ਨਵੀਆਂ ਚੱਲਣਗੀਆਂ, ਉਹਨਾਂ ਦੇ ਲਈ ਜਿਹੜੇ ਹੈਗੇ ਆ ਨਵੇਂ ਪਲੇਟਫਾਰਮ ਉਹਨਾਂ ਨੇ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਲੇਕਿਨ ਓਵਰਆਲ ਜਿਹੜਾ ਅੱਗੇ ਹੁੰਦਾ ਸੀਗਾ ਕਿ ਲਓ ਜੀ ਸਾਰਾ ਪੈਸਾ ਜਿਹੜਾ ਕਿੱਥੇ ਜਾ ਰਿਹਾ ਜੀ, ਡਿਫੈਂਸ ਵਿੱਚ ਜਾ ਰਿਹਾ ਜੀ, ਸਾਰਾ ਪੈਸਾ ਜਿਹੜਾ ਹੈਗਾ ਵਾ ਸਾਡੀ ਕਮਾਈ ਹੈ ਜੀ ਉਧਰ ਜਾ ਰਹੀ ਹੈ। ਹੁਣ ਜਿਹੜੀ ਕਮਾਈ ਹੈਗੀ ਹੈ ਦੇਖੋ ਜੀ ਐਗਰੀਕਲਚਰ ਦੇ ਵਿੱਚ ਲੱਗੀ, ਇਸ ਬਜਟ ਦੇ ਵਿੱਚ ਬੜੀ ਅਜੀਬ ਚੱਲ ਹੋਈ। ਐਗਰੀਕਲਚਰ ਦੇ ਵਿੱਚ, ਐਜੂਕੇਸ਼ਨ ਦੇ ਵਿੱਚ, ਸਮਾਲ ਸਕੇਲ ਇੰਡਸਟਰੀ ਦੇ ਵਿੱਚ, MSCME ਦੇ ਵਿੱਚ ਬਹੁਤ ਹੀ ਮਤਲਬ ਇੱਕ ਅਲੱਗ ਤਰ੍ਹਾਂ ਦਾ ਜਿਹੜਾ ਪ੍ਰੋਸਪੈਕਟਸ ਐਤਕੀ ਦੇਖਣ ਨੂੰ ਮਿਲਿਆ ਹੈ, ਜਿਹੜਾ ਕਿ ਅੱਗੇ ਕਦੀ ਬਜਟ ਦੇ ਵਿੱਚ ਇਹ ਨਹੀਂ ਦੇਖਣ ਨੂੰ ਮਿਲਿਆ ਜੀ। ਰਾਣਾ ਜੀ, ਜੇ ਇਸ ਬਜਟ ਨੂੰ ਓਵਰਆਲ ਅਸੀਂ ਦੇਖਣਾ ਨਾ ਜੀ, ਤੇ ਜਿਸ ਦਿਨ ਇਹ NDA ਗਵਰਨਮੈਂਟ ਬਣੀ ਸੀਗੀ 2014 ਦੇ ਵਿੱਚ, ਇਹਦੇ ਪਹਿਲੇ ਬਜਟ ਦੇ ਵਿੱਚ ਇਹਨਾਂ ਨੇ ਇੱਕ ਰੋਡ ਮੈਪ ਦੇ ਦਿੱਤਾ ਸੀਗਾ ਡਿਜੀਟਲ ਕਰਨ ਵਾਸਤੇ ਸਾਰੇ ਇੰਡੀਆ ਨੂੰ। ਇਹ ਜੋ ਵੀ ਸਾਨੂੰ ਅੱਜ ਰਿਜ਼ਲਟ ਮਿਲ ਰਿਹਾ ਹੈਗਾ ਇਹ ਡਿਜੀਟਲ ਹੋਣ ਤੋਂ ਬਾਅਦ ਮਿਲ ਰਿਹਾ। ਡਿਜੀਟਲ ਹੋਇਆ, ਨੋਟਬੰਦੀ ਹੋਈ, GST ਆਇਆ। ਅੱਜ GST ਦੀ ਕਲੈਕਸ਼ਨ ਬਿਨਾਂ ਕਿਸੇ ਐਫਰਟਸ ਤੋਂ ਡੇ ਬਾਈ ਡੇ ਇਨਕਰੀਜ਼ ਹੋ ਰਹੀ। ਇਸ ਵੇਲੇ ਸਭ ਤੋਂ ਜ਼ਿਆਦਾ ਕਿਸੇ ਵੀ ਗਵਰਨਮੈਂਟ ਨੇ ਅਗਰ ਐਜੂਕੇਸ਼ਨ ਤੇ ਪੈਸਾ ਲਾਣਾ, ਡਿਫੈਂਸ ਤੇ ਪੈਸਾ ਲਾਣਾ, ਗਰੀਬ ਲੋਕਾਂ ਤੇ ਪੈਸਾ ਖਰਚਣਾ, ਇਨਫਰਾਸਟ੍ਰਕਚਰ ਡਿਵੈਲਪ ਕਰਨੇ ਆ, ਜਿਹਦਾ ਰੇਲਵੇ ਨੂੰ 204 ਲੱਖ ਕਰੋੜ ਦਾ ਉਹਨਾਂ ਨੇ ਬਜਟ ਦਿੱਤਾ। ਜੇ ਇੰਨਾ ਕੁਝ ਕਰਨਾ ਆ ਤਾਂ ਆਫਟਰ ਆਲ ਤਾਂ ਪੈਸਾ ਆਣਾ ਕਿੱਥੋਂ ਆ? ਆਣਾ ਤਾਂ ਟੈਕਸਾਂ ਤੋਂ ਹੀ ਹੈ ਨਾ ਪੈਸਾ। ਉਹ ਪੈਸਾ ਜਿਹੜਾ ਆਪਣੇ ਆਪ ਕਿਉਂ ਆਣਾ ਸ਼ੁਰੂ ਹੋ ਗਿਆ? ਇੱਕ ਪ੍ਰੋਫੈਸ਼ਨਲ ਦੀ ਮਦਦ, ਸਾਡੇ ਜਿੰਨੇ ਪ੍ਰੋਫੈਸ਼ਨਲਸ ਹੈਗੇ CA ਐਡਵੋਕੇਟ, ਮੈਂ ਸਮਝਦਾ ਵੀ ਉਹਨਾਂ ਦਾ ਇਸ ਦੇਸ਼ ਨੂੰ ਬਣਾਉਣ ਦੇ ਵਿੱਚ ਬਹੁਤ ਵੱਡਾ ਹੱਥ ਆ, ਕਿਉਂਕਿ ਹੁਣ ਉਹ ਲੋਕ ਸਹੀ ਐਡਵਾਈਸ ਕਰਦੇ ਆ ਆਪਣੇ ਕਲਾਇੰਟਸ ਨੂੰ, ਔਰ ਕਲਾਇੰਟ ਜਿਹੜਾ ਸਿਸਟਮ ਨੂੰ ਫੋਲੋ ਕਰ ਰਿਹਾ ਹੈਗਾ, ਆਪਣੇ ਆਪ ਜਿਹੜੀ ਟੈਕਸ ਦੀ ਕਲੈਕਸ਼ਨ ਆ ਰਹੀ ਹੈ। ਇੱਕ ਤਾਂ ਇਹ ਡਿਜੀਟਲ ਹੋਣ ਦਾ ਮੇਜਰ ਫੈਕਟਰ ਸੀਗਾ। ਸੈਕਿੰਡ ਜਿਹੜਾ ਰੋਡ ਮੈਪ ਦਿੱਤਾ ਗਿਆ ਸੀਗਾ, ਇੱਕ ਡਿਜੀਟਲ ਕਰ ਦਿਓ ਇੰਡੀਆ ਨੂੰ, ਇੱਕ ਜਿਹੜਾ ਇਨਫਰਾਸਟ੍ਰਕਚਰ ਹਰ ਫੀਲਡ ਦੇ ਵਿੱਚ ਡਿਵੈਲਪ ਕਰ ਦਿਓ, ਤਾਂ ਹੀ ਅਸੀਂ ਡਿਵੈਲਪਡ ਨੇਸ਼ਨ ਦੀ ਗਿਣਤੀ ਦੇ ਵਿੱਚ ਆ ਪਾਵਾਂਗੇ। ਔਰ ਉਸ ਪਾਸੇ ਨੂੰ ਜਿੱਦਾਂ ਕਾਲੜਾ ਜੀ ਨੇ ਠੀਕ ਹੀ ਕਿਹਾ ਹੈਗਾ ਵੀ ਇਹ ਜਿਹੜਾ ਹੈਗਾ ਆ ਇਸ ਬਜਟ ਨੇ ਆਉਣ ਵਾਲੇ 25 ਸਾਲ ਦਾ ਕਲੀਅਰ ਕੱਟ ਵਿਜ਼ਨ ਦੇ ਦਿੱਤਾ। ਸਰਕਾਰ ਜਿਹੜੀ ਮਰਜ਼ੀ ਹੋਵੇ ਇਸ ਹੀ ਰਸਤੇ ਤੇ ਚੱਲਣਾ ਪਊਗਾ। ਮੈਂ ਅੱਜ ਦੇ ਬਜਟ ਨੂੰ
ਵਿੱਚੋਂ 10 ਵਿੱਚੋਂ ਮੈਂ ਇਹਨੂੰ 9 ਨੰਬਰ ਦਿੰਦਾ ਔਰ ਬਹੁਤ ਸਾਡੇ ਹਿਸਾਬ ਦੇ ਨਾਲ ਬੈਲੈਂਸਡ ਔਰ ਵਧੀਆ ਬਜਟ ਆਇਆ ਹੈ। ਇਸ ਵਾਰ ਪਹਿਲੀ ਵਾਰੀ ਇਹ ਹੋਇਆ, ਅਸੀਂ ਸਵੇਰ ਦੇ ਟੀਵੀ ਤੇ ਚੈਨਲਾਂ ਤੇ ਡਿਸਕਸ਼ਨ ਸੁਣ ਰਹੇ ਹਾਂ, ਰਿਸਪੈਕਟੇਬਲ ਆਪੋਜੀਸ਼ਨ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਆ, ਲੀਡਰਸ ਹੈ, ਉਹ ਵੀ ਮਜਬੂਰੀ ਦੇ ਵਿੱਚ ਕਿਤੇ ਨਾ ਕਿਤੇ ਮਾੜਾ ਮੋਟਾ ਕੋਈ ਵਿਰੋਧ ਕਰ ਰਹੇ ਬਜਟ ਦਾ। ਅਦਰਵਾਈਜ਼ ਅੰਦਰੋਂ ਉਹਨਾਂ ਨੂੰ ਵੀ ਪਤਾ ਵੀ ਬਜਟ ਬਹੁਤ ਵਧੀਆ ਹੈ। ਤੁਸੀਂ ਖੜ ਸਾਹਿਬ ਦੱਸੋ ਜਰਾ ਕੁਝ ਆਪਣੀ ਰਾਏ ਦਿਓ। ਜੀ ਰਾਣਾ ਜੀ, ਮੈਂ ਇਸ ਬਜਟ ਨੂੰ ਐਕਸਪੈਂਡੀਚਰ ਬਜਟ ਕਹਾਂਗਾ। ਸਰਕਾਰ ਚਾਹੁੰਦੀ ਹੈ ਕਿ ਪੈਸਾ ਖਰਚੋ। ਈਵਨ ਜਿਹੜੇ ਉਹਨਾਂ ਨੇ ਟੈਕਸ ਰੇਟ ਘਟਾਏ ਹੈ, ਜਿਹੜੀ ਸਲੈਬਸ ਵਧਾਈਆਂ ਇਨਕਮ ਟੈਕਸ ਦੀਆਂ, ਉਹਦੇ ਨਾਲ ਵੀ ਹਰ ਟੈਕਸ ਪੇਅਰ ਦੀ ਜੇਬ ਦੇ ਵਿੱਚ ਪੈਸਾ ਆਏਗਾ। ਮੈਂ ਇੱਥੇ ਦੱਸਣਾ ਚਾਹਾਂਗਾ ਕਿ ਜਿਹੜਾ 15 ਲੱਖ ਰੁਪਏ ਤੋਂ ਵੱਧ ਇਨਕਮ ਵਾਲਾ ਪਰਸਨ ਹੈ, ਉਹਨੂੰ ਲਗਭਗ 57,500 ਰੁਪਏ ਟੈਕਸ ਦੇ ਵਿੱਚ ਬਚ ਰਹੇ ਹੈ। ਸੋ ਜਿਹੜਾ ਇਹ ਪੈਸਾ ਹੈ, ਇਹ ਇਕੋਨਮੀ ਦੇ ਵਿੱਚ ਆਏਗਾ। ਇਹ ਲੋਕ ਪੈਸੇ ਨੂੰ ਵਾਈਟ ਗੁੱਡਸ 'ਤੇ ਖਰਚਣਗੇ, ਐਜੂਕੇਸ਼ਨ 'ਤੇ ਖਰਚਣਗੇ, ਘਰਾਂ 'ਤੇ ਲਗਾਉਣਗੇ, ਸਮਾਨ ਖਰੀਦਣਗੇ। ਸੋ ਇਹ ਇਕੋਨਮੀ ਦੇ ਵਿੱਚ ਇੱਕ ਤਰ੍ਹਾਂ ਦੀ ਪੁਸ਼ ਹੈ। ਐਂਡ ਇਹ ਬਹੁਤ ਪਹਿਲੇ ਤੋਂ ਦੱਸਿਆ ਸੀਗਾ, ਅਗਰ ਤੁਸੀਂ ਧਿਆਨ ਦਿਓ, ਅਤੇ ਲੋਕ ਕਹਿੰਦੇ ਹੁੰਦੇ ਸੀ, ਯਾ ਖੁਦਾ ਖਰਚ ਵਧਾ। ਜਦੋਂ ਖਰਚ ਵਧੇਗਾ, ਆਮਦਨ ਆਪਣੇ ਆਪ ਆ ਜਾਏਗੀ। ਸੋ ਇੱਕ ਬਹੁਤ ਰਾਈਟ ਸਟੈਪ ਲਿਆ ਇਹਨਾਂ ਨੇ, ਬੜਾ ਸਟਰੋਂਗ ਐਂਡ ਸ਼ਕਤੀਵਾਨ ਐਂਡ ਪ੍ਰਗਤੀਵਾਦੀ ਇਹ ਬਜਟ ਮੈਂ ਕਹਾਂਗਾ। ਮੈਂ ਵੀ ਵਰਮਾ ਜੀ ਦੀ ਤਰ੍ਹਾਂ ਇਹਨੂੰ ਬਜਟ ਨੂੰ 10 ਦੇ ਵਿੱਚੋਂ 9 ਨੰਬਰ ਦੇਵਾਂਗਾ। ਐਂਡ ਮੇਰਾ ਖਿਆਲ ਹੈ ਕਿ ਜਿਹੜਾ ਐਕਸਪੈਂਡੀਚਰ ਆਏਗਾ ਇਕੋਨਮੀ ਦੇ ਵਿੱਚ, ਉਹ ਇਕੋਨਮੀ ਨੂੰ ਹੀ ਬੂਸਟ ਕਰੇਗਾ। ਮੇਰਾ ਖਿਆਲ ਹੈ ਸਰਵੇਸ਼ ਜੀ ਵੀ ਇਹਦੇ ਬਾਰੇ ਕੁਝ ਕਹਿਣਾ ਚਾਹਣਗੇ। ਹਾਂਜੀ, ਮੈਂ ਕਹਿਣ ਲੱਗਾ ਸੀਗਾ ਕਿ ਸ਼ਰਮਾ ਜੀ ਦੱਸੋ ਕੀ ਕਹਿਣਾ ਚਾਹੁੰਦੇ ਨੇ ਜੀ। ਥੋੜਾ ਮਾਈਕ ਥੱਲੇ ਕਰ। ਸਾਰੀ ਡਿਸਕਸ਼ਨ ਜਿਹੜੀ ਬਜਟ ਤੇ ਹੁਣ ਚੱਲ ਰਹੀ ਹੈ ਜੀ, ਉਹ ਅੰਤਿਮ ਦੌਰ 'ਚ ਆਈ ਹੈ ਔਰ ਹੁਣ ਆਪਾਂ ਨਿਸ਼ਕਰਸ਼ ਤੇ ਪਹੁੰਚ ਰਹੇ ਹਾਂ ਕਿ ਬਜਟ ਦੀ ਕੀ ਰੂਪਰੇਖਾ ਕਿੱਥੇ ਆ ਕੇ ਟਿਕਦੀ ਹੈ। ਰਾਣਾ ਜੀ ਨੇ ਜਿਸ ਤਰ੍ਹਾਂ ਕਿਹਾ ਕਿ ਪਿਛਲੇ ਬਜਟ ਦੇ ਮੁਕਾਬਲੇ, ਅਸੀਂ ਲਾਸਟ ਟਾਈਮ ਵੀ ਇੱਥੇ ਬੈਠੇ ਸੀ, ਡਿਸਕਸ਼ਨ ਹੋਈ ਸੀ, ਔਰ ਜਿਹੜਾ ਬਜਟ, ਜਿਹੜੀ ਸਰਕਾਰ ਦਾ ਬਜਟ ਪਿਛਲੇ ਰੋਡ ਮੈਪ ਨੂੰ ਅੱਗੇ ਲੈ ਕੇ ਜਾਂਦਾ ਹੈ, ਔਰ ਇਹ ਉਹੀ ਬਜਟ ਹੈ ਜੋ ਉਹਨਾਂ ਨੇ ਪਿਛਲੀ ਵਾਰੀ ਰੋਡ ਮੈਪ ਤਿਆਰ ਕੀਤਾ, ਉਹਨਾਂ ਨੇ ਉਹਨੂੰ ਅੱਗੇ ਹੋਰ ਵਧੀਆ ਤਰੀਕੇ ਨਾਲ ਐਕਸਟੈਂਡ ਕੀਤਾ ਹੈ। ਔਰ ਜਿਹੜੀ ਇਹ ਜਰਨੀ ਹੈ, ਇਹ ਜਿਹੜੀ ਸ਼ੁਰੂ ਹੋਈ ਹੈ, ਜਿੱਦਾਂ ਕਿ ਇੱਕ ਪਿੱਛੇ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਇੱਕ ਐਮਪੀ ਨੇ ਕਿਹਾ ਕਿ ਇੰਡੀਆ ਦੀ ਟ੍ਰੇਨ ਚੱਲ ਪਈ ਹੈ ਔਰ ਇਹ ਡਿਵੈਲਪਮੈਂਟ ਦੀ ਟ੍ਰੇਨ ਜਿਹੜੀ ਚੱਲ ਪਈ ਹੈ, ਔਰ ਉਹਨੇ ਇੰਨੀ ਸਪੀਡ ਨਾਲ ਐਕਸਪ੍ਰੈਸ ਵੇ ਇਹ ਚੱਲਣੀ ਹੈ ਕਿ ਜਿਹੜਾ ਇਹਦੇ ਨਾਲ ਜੁੜ ਜਾਏਗਾ ਉਹ ਵੀ ਤਰ ਜਾਏਗਾ ਅਤੇ ਇੰਡੀਆ ਤਾਂ ਅੱਗੇ ਵਧੇਗਾ ਹੀ ਵਧੇਗਾ। ਔਰ ਇਹੀ ਅਸੀਂ ਸਾਰੇ ਸ਼ੁਭ ਕਾਮਨਾ ਕਰ ਰਹੇ ਹਾਂ। ਔਰ ਜਿਹੜਾ ਕਿ ਇੱਕ ਬੜੀ ਦੇਰ ਤੋਂ ਅਸੀਂ ਡਿਸਕਸ਼ਨ ਕਰ ਰਹੇ ਹਾਂ, ਅਸੀਂ ਅਜੇ ਇੱਕ ਟੌਪਿਕ 'ਤੇ ਗੱਲ ਨਹੀਂ ਕੀਤੀ ਕਿ ਸਾਡੀ ਡਾਇਰੈਕਟ ਟੱਕਰ ਹੈ ਚਾਈਨਾ ਦੇ ਨਾਲ, ਕਿ ਜਿੰਨੀਆਂ ਕਿਆ ਸਾਡੀਆਂ ਸਕੀਮ ਜਾਂ ਜਿਹੜੀਆਂ ਪਾਲਿਸੀਜ਼ ਆਈਆਂ, ਕਿਆ ਅਸੀਂ ਉਹਦੇ ਨਾਲ ਸਸਟੇਨ ਡਿਵੈਲਪਮੈਂਟ ਕਰ ਸਕਾਂਗੇ, ਤਾਂ ਹੀ ਅੱਗੇ ਡਿਵੈਲਪਡ ਦੇਸ਼ ਬਣਾਂਗੇ। ਉਹਦੇ ਵਾਸਤੇ ਮੈਂ ਸੋਚਦਾ ਬੜਾ ਰਾਈਟ ਸਟੈਪ ਲਿਆ, ਜਿੱਦਾਂ ਕਸਟਮ ਡਿਊਟੀਜ਼ ਘਟਾਈਆਂ ਹੈ, ਤਾਂ ਕਿ ਮੋਬਾਈਲ ਦੇ ਵਿੱਚ ਇੰਡੀਆ ਅੱਜ ਸੈਕਿੰਡ ਲਾਰਜੈਸਟ ਹੋ ਗਿਆ। ਔਰ ਜੇ ਇਸ ਚੀਜ਼ ਨੂੰ ਸਸਟੇਨ ਕਰਨਾ ਹੈ, ਅਸੀਂ ਇੱਕ ਨੰਬਰ 'ਤੇ ਆਉਣਾ ਹੈ। ਪਿੱਛੇ ਜੀ ਐਪਲ ਕੰਪਨੀ ਨੇ ਜਿੱਦਾਂ ਇੰਡੀਆ 'ਚ ਆਪਣਾ ਬੇਸ ਬਣਾਇਆ, ਉਹਨੇ ਚਾਈਨਾ ਦੀ 14 ਕੰਪਨੀਆਂ ਨੂੰ ਕਿਹਾ ਕਿ ਵੀ ਹੁਣ ਇੰਡੀਆ 'ਚ ਆ ਜਾਓ ਔਰ ਇੱਥੇ ਆ ਕੇ ਜੁਆਇੰਟ ਵੈਂਚਰ ਕਰੋ। ਔਰ ਉਹਦਾ ਹੀ ਕਰਕੇ ਮੈਨੂੰ ਲੱਗਦਾ ਬਜਟ ਪ੍ਰਾਵਧਾਨ ਕੀਤਾ ਗਿਆ ਕਿ ਕਸਟਮ ਡਿਊਟੀ 21 ਤੋਂ 13 ਕਰਤੀ, ਤਾਂ ਕਿ ਮੋਬਾਈਲ ਦੇ ਜਿਹੜੇ ਪਾਰਟਸ ਹੈ ਉਹ ਇੰਡੀਆ 'ਚ ਸਸਤੇ ਆਉਣਗੇ ਅਤੇ ਮੋਬਾਈਲ ਇੱਥੋਂ ਬਣ ਕੇ ਐਕਸਪੋਰਟ ਹੋਏਗਾ। ਔਰ ਜਦੋਂ ਇਹ ਚੀਜ਼ਾਂ ਦੀ ਸੋਚ ਰੱਖੀ ਜਾ ਰਹੀ ਹੈ, ਉਹਦੇ ਨਾਲ ਹੀ ਅਸੀਂ ਸੋਚਦੇ ਹਾਂ ਕਿ ਕੱਲ੍ਹ ਨੂੰ ਜਦੋਂ ਇੰਡਸਟਰੀ ਇੱਥੇ ਵਧੇਗੀ, ਜਦੋਂ ਆਪਾਂ ਇੰਪੋਰਟ ਕਰਕੇ ਮਸ਼ੀਨਾਂ ਸਸਤੀਆਂ ਮੰਗਾ ਸਕਾਂਗੇ, ਅਤੇ ਸਾਡੇ ਦੇਸ਼ ਦਾ ਫਿਊਚਰ ਵਧੀਆ ਹੋਏਗਾ, ਇੰਡਸਟਰੀ ਨੂੰ ਇੱਥੇ ਰਾਹਤ ਮਿਲੇਗੀ। ਔਰ ਜਦੋਂ ਵੱਡੇ ਵੱਡੇ ਯੂਨਿਟ ਲੱਗਣਗੇ ਅਤੇ ਆਪਣੇ ਆਪ ਜੌਬ ਕ੍ਰੀਏਸ਼ਨ ਦਾ ਚਾਂਸ ਬਣੇਗਾ। ਔਰ ਮੈਂ ਵੀ ਇਸੇ ਆਸ਼ਾ ਨਾਲ ਬਜਟ ਨੂੰ ਬੜਾ ਅੱਛਾ ਔਰ ਫਿਊਚਰਿਸਟਿਕ ਬਜਟ ਕਹਿਣਾ, ਉਹ ਇਹ ਭਾਰਤ ਨੂੰ ਅੱਗੇ ਲਿਜਾਣ ਵਾਲਾ ਬਜਟ ਹੈ। ਤੁਸੀਂ ਦੱਸੋ ਭਵਰਜੀਤ ਜੀ। ਵੈਸੇ ਤਾਂ ਮੇਰੇ ਕਹਿਣ ਜੋਗਾ ਛੱਡਿਆ ਨਹੀਂ ਕਿਸੇ ਨੇ ਕੁਝ, ਸਾਰਾ ਕੁਝ ਇਹਨਾਂ ਨੇ ਕਹਿ ਦਿੱਤਾ। ਜੀ। ਮੈਂ ਵੀ ਪਿਛਲੇ ਬਜਟ ਦੇ ਕੰਪੈਰੇਟਿਵਲੀ ਇਹਨੂੰ 9 ਨੰਬਰ ਹੀ ਦੇਵਾਂਗਾ। ਅੱਛਾ ਬਜਟ ਹੈ, ਫਿਊਚਰਿਸਟਿਕ ਬਜਟ ਹੈ, ਯੂਥ ਵਾਸਤੇ ਵੀ ਬਹੁਤ ਕੁਛ ਹੈ, ਫਾਰਮਰਸ ਵਾਸਤੇ ਬਹੁਤ ਕੁਛ ਹੈ, ਆਮ ਇਨਸਾਨ ਵਾਸਤੇ ਵੀ ਬਹੁਤ ਕੁਛ ਹੈ। ਆਮ ਇਨਸਾਨ ਨੂੰ ਲਾਸਟ ਟਾਈਮ ਕੁਛ ਨਹੀਂ ਮਿਲਿਆ ਸੀਗਾ, ਉਹਨੂੰ ਇਸ ਵਾਰੀ ਮਿਲ ਗਿਆ। ਬਜਟ ਦੀ ਜਿਹੜੀ ਸਲੈਬ ਹੈ ITR ਦੀ, ਉਹ 7 ਲੱਖ ਹੋ ਗਈ, ਅਤੇ ਮੈਨੂੰ ਲੱਗਦਾ ਕਿ ਹੁਣ ਆਮ ਇਨਸਾਨ ਇਸ ਬਜਟ ਤੋਂ ਸੈਟਿਸਫਾਈ ਹੋਣਾ ਚਾਹੀਦਾ। ਥੈਂਕ ਯੂ ਸਰ। ਇਹ ਸਨ ਸਾਡੇ ਇਨਕਮ ਟੈਕਸ ਦੇ ਮਾਹਰ, ਖਾਸ ਕਰ ਇਨਕਮ ਟੈਕਸ ਬਾਰ ਐਸੋਸੀਏਸ਼ਨ ਦੇ ਕੁਝ
ਅਹੁਦੇਦਾਰ ਸੀਗੇ, ਕੁਝ ਮੈਂਬਰ ਸੀਗੇ, ਵੈਸੇ ਤਾਂ ਸਾਰੇ ਹੀ ਅਹੁਦੇਦਾਰ ਨੇ, ਮੈਂਬਰ ਤਾਂ ਇਹਨਾਂ 'ਚ ਕੋਈ ਵੀ ਨਹੀਂ ਹੈਗਾ, ਅਤੇ ਔਰ ਇਨਕਮ ਟੈਕਸ ਦੇ ਸਾਰੇ ਹੀ ਮਾਹਰ ਨੇ, ਔਰ ਇਹਨਾਂ ਨੇ ਉਹ ਗੱਲਾਂ ਦੱਸੀਆਂ ਜਿਹੜੀਆਂ ਇੱਕ ਆਮ ਆਦਮੀ ਦੇ ਸਮਝ 'ਚ ਆਉਣੀਆਂ ਚਾਹੀਦੀਆਂ, ਔਰ ਅਸੀਂ ਖਾਸ ਕਰਕੇ ਉਹਨਾਂ ਮੁੱਦਿਆਂ ਨੂੰ ਨੇੜਿਓਂ ਡਿਸਕਸ ਕੀਤਾ ਜਿਹੜਾ ਆਮ ਆਦਮੀ ਸੋਚਦਾ ਕਿ ਮੈਨੂੰ ਬਜਟ ਦੀ ਸਮਝ ਨਹੀਂ ਆਈ, ਮੈਨੂੰ ਕੀ ਮਿਲਿਆ ਔਰ ਗਵਰਨਮੈਂਟ ਨੇ ਮੇਰੇ ਵਾਸਤੇ ਕੀ ਰੱਖਿਆ। ਇਸੇ ਕਰਕੇ ਇਹ ਚਰਚਾ ਜਿਹੜੀ ਹੈ ਅੱਜ ਰੱਖੀ ਗਈ ਸੀ, ਔਰ ਇਹ ਮਾਹਰ ਜਿਹੜੇ ਅਸੀਂ ਸਟੂਡੀਓ 'ਚ ਬੁਲਾਏ ਸੀ, ਇਹਨਾਂ ਨੇ ਬਹੁਤ ਕੁਝ ਬਰੀਕੀ ਨਾਲ ਦੱਸਿਆ, ਔਰ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਦੇ ਇਹ ਸਮਝ ਵੀ ਆਇਆ ਹੈਗਾ। ਇਸੇ ਤਰ੍ਹਾਂ ਦੀ ਹੋਰ ਖਬਰਾਂ, ਹੋਰ ਡਿਸਕਸ਼ਨ ਔਰ ਹੋਰ ਜਾਣਕਾਰੀਆਂ ਦੇ ਨਾਲ ਤੁਹਾਡੇ ਨਾਲ ਫਿਰ ਹਾਜ਼ਰ ਹੋਵਾਂਗੇ। ਹੁਣ ਇਜਾਜ਼ਤ ਦਿਓ, ਧੰਨਵਾਦ।